ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ। ਇਮ ਸ਼੍ਰੀ ਸਤਿਗੁਰ ਮਹਿਦ ਪ੍ਰਤਾਪੰ, ਜਗਤ ਬਿਖੈ ਹੋਵਤ ਬਿਸਤਾਰ। ਆਵਹਿ ਦੇਸ਼ ਵਿਦੇਸ਼ਨ ਸੰਗਤ, ਦਰਸ਼ਨ ਕਰ ਅਰਪਹਿ ਉਪਹਾਰ। ਮਨ ਬਾਂਛਤ ਸਿਖ ਪਾਵਤ ਹੈ ਫਲ, ਖਰੇ ਅਗਰ ਅਰਦਾਸ ਉਚਾਰ। ਕੀਰਤਪੁਰ ਮਹਿ ਪੀਰ ਹੋਤ ਨਿਤ, ਅਰਜ਼ ਗੁਜ਼ਾਰ ਹੈ ਮਿਲੇ ਹਜ਼ਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ। ਸਤਿਗੁਰਾਂ ਦੀ ਪਾਵਨ ਹਜ਼ੂਰੀ 'ਚ ਬੈਠ ਕੇ ਸੋਦਾ ਰਹਿਰਾਸ ਸਾਹਿਬ ਜੀ ਦੇ ਪਾਠ, ਆਰਤੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨਵਿਰਤੀਆਂ ਨੂੰ ਸਤਵੇਂ ਪਾਤਸ਼ਾਹ ਜੀ ਮਹਾਰਾਜ ਸਤਿਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਜੋੜ ਲਈਏ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੀ ਗੱਦੀ 'ਤੇ ਬਿਰਾਜਮਾਨ ਹੋਏ, ਬੇਅੰਤ ਬੇਅੰਤ ਜੀਵਾਂ ਦਾ ਕਲਿਆਣ ਕੀਤਾ, ਭਲਾ ਕੀਤਾ ਹੈ। ਆਪ ਜੀ ਦੇ ਚਰਨਾਂ ਵਿੱਚ ਹਿੰਦੁਸਤਾਨ ਦੇ ਬਾਦਸ਼ਾਹ ਸ਼ਾਹਜਹਾਨ ਨੇ ਬੇਨਤੀ ਕਹਿ ਭੇਜੀ, ਮਹਾਰਾਜ ਮੇਰੇ ਬੱਚੇ ਦਾਰਾ ਸ਼ਿਕੋਹ ਦੀ ਜਾਨ ਖਤਰੇ ਵਿੱਚ ਹੈ, ਆਪ ਕਿਰਪਾ ਕਰੋ ਮੇਰੇ ਬੱਚੇ ਦੀ ਜਾਨ ਬਚ ਜਾਵੇ। ਅਤੇ ਮੈਨੂੰ 14 ਸਿਰਸਾਈ 28 ਤੋਲੇ ਦੀ ਹਰੜ ਚਾਹੀਦੀ ਹੈ, ਮਾਸੇ ਦਾ ਲੌਂਗ ਚਾਹੀਦਾ ਹੈ, ਜਿਹੜਾ ਕਿਤੋਂ ਵੀ ਪ੍ਰਾਪਤ ਨਹੀਂ ਹੋਇਆ। ਆਪ ਜੀ ਦੇ ਘਰ ਨਾਲ ਸਾਡੀ ਪੁਰਾਣੀ ਸਾਂਝ ਹੈ। ਗੁਰੂ ਨਾਨਕ ਦੇਵ ਜੀ ਨੇ ਸਾਡੇ 'ਤੇ ਬੜੀ ਕਿਰਪਾ ਕੀਤੀ ਹੈ। ਸਾਡੇ ਵੱਡੇ ਬਾਦਸ਼ਾਹ ਬਾਬਰ ਨੂੰ ਹਿੰਦੁਸਤਾਨ ਦੀਆਂ 7 ਪਾਤਸ਼ਾਹੀਆਂ ਦਾ ਵਰ ਦਿੱਤਾ ਹੈ। ਕੁਝ ਗਲਤ ਫਹਿਮੀਆਂ ਕਰਕੇ ਮੇਰੀ ਆਪ ਜੀ ਦੇ ਦਾਦਾ ਜੀ ਨਾਲ ਜੰਗ ਯੁੱਧ ਹੋਇਆ, ਉਹਦੀ ਮੈਂ ਖਿਮਾ ਵੀ ਚਾਹੁੰਦਾ ਹਾਂ। ਬਾਦਸ਼ਾਹ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਬੜੀ ਨਿਮਰਤਾ ਨਾਲ ਬੇਨਤੀ ਕੀਤੀ, ਜਿਸ ਨੂੰ ਵਿਚਾਰ ਕੇ ਮਹਾਰਾਜ ਨਿਰਵੈਰ ਸਤਿਗੁਰੂ ਸਦ ਬਖਸ਼ਿੰਦ ਸਦਾ ਮਿਹਰਬਾਨਾ ਸਭਨਾਂ ਦੇ ਆਧਾਰੀ, ਕਿਉਂਕਿ ਮਹਾਂਪੁਰਸ਼ ਉਹੀ ਹੁੰਦਾ ਹੈ ਜਿਹਦੇ ਮਨ 'ਚ ਵੈਰ ਵਿਰੋਧ ਨਾ ਹੋਵੇ। ਗੁਰਮੁਖ ਵੈਰ ਵਿਰੋਧ ਗਵਾਵੈ, ਗੁਰਮੁਖ ਸਗਲੀ ਗਣਤ ਮਿਟਾਵੈ। ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਸਤਵੇਂ ਪਾਤਸ਼ਾਹ ਜੀ ਨੇ ਬਾਦਸ਼ਾਹ ਦੇ ਬੱਚੇ ਦਾਰਾ ਸ਼ਿਕੋਹ ਦੀ ਜਾਨ ਬਚਾਉਣ ਵਾਸਤੇ ਦੋਵੇਂ ਵਸਤੂਆਂ, ਇੱਕ ਮਾਸੇ ਦਾ ਲੌਂਗ ਅਤੇ 14 ਸਿਰਸਾਈ 28 ਤੋਲੇ ਦੀ ਹਰੜ, ਜਿਹੜੀ ਸੰਸਾਰ 'ਚ ਕਿਤੋਂ ਵੀ ਨਹੀਂ ਸੀ ਪ੍ਰਾਪਤ ਹੋਈ, ਆਪਣੇ ਖਜ਼ਾਨੇ 'ਚੋਂ ਤੁਰਤ ਕਢਾ ਕੇ ਦਿੱਤੀ ਹੈ। ਔਰ ਬਾਦਸ਼ਾਹ ਨੇ ਵੀ ਬੇਨਤੀ ਕੀਤੀ ਕਿ ਜੇ ਗੱਜ ਮੋਤੀ ਮਿਲ ਜਾਵੇ, ਉਹ ਵੀ ਅਸੀਂ ਦਰਸ਼ਨ ਕਰਨਾ ਚਾਹੁੰਦੇ ਹਾਂ। ਮਹਾਰਾਜ ਨੇ ਗੱਜ ਮੋਤੀ ਵੀ ਜੋ ਹਾਥੀ ਦੇ ਸਿਰ ਵਿੱਚੋਂ ਨਿਕਲਦਾ ਹੈ, ਲੱਖਾਂ ਹਾਥੀਆਂ ਪਿੱਛੋਂ ਕਿਸੇ ਇੱਕ ਹਾਥੀ ਦੇ ਸਿਰ 'ਚੋਂ ਨਿਕਲਦਾ ਹੈ, ਬਹੁਤ ਦੁਰਲਭ, ਉਹ ਵੀ ਕਢਾ ਕੇ ਦਿੱਤਾ ਹੈ। ਇਸ ਤੋਂ ਬਾਅਦ ਸਾਧ ਸੰਗਤ ਜੀ ਬਾਦਸ਼ਾਹ ਗੁਰੂ ਸਾਹਿਬ ਜੀ ਦੇ ਅੱਗੇ ਝੁਕ ਗਿਆ ਅਤੇ ਦਾਰਾ ਸ਼ਿਕੋਹ ਦਾ ਗੁਰੂ ਘਰ ਦਾ ਪੱਕਾ ਪ੍ਰੇਮੀ ਬਣ ਗਿਆ। ਉਸ ਦੀ ਜਾਨ ਜੋ ਬਚ ਗਈ, ਉਹ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਦਾਰਾ ਸ਼ਿਕੋਹ ਕੀਰਤਪੁਰ ਸਾਹਿਬ ਹੀ ਆਇਆ ਸੀ। ਕੁਝ ਸਮਾਂ ਇੱਥੇ ਰਹਿ ਕੇ ਕੀਰਤਨ ਸੁਣ ਕੇ ਬਾਣੀ ਦਾ ਬੜਾ ਹੀ ਪ੍ਰਸੰਨ ਹੋਇਆ ਸੀ। ਅਤੇ ਸਾਧ ਸੰਗਤ ਜੀ ਉਹ ਕਥਾ ਅੱਗੇ ਸਮੇਂ ਅਨੁਸਾਰ ਸੰਗਤਾਂ ਨਾਲ ਸਾਂਝੀ ਕਰਦੇ ਰਹਾਂਗੇ। ਆਓ ਹੁਣ ਸਤਿਗੁਰੂ ਸਾਹਿਬ ਜੀ 7ਵੇਂ ਪਾਤਸ਼ਾਹ ਜੀ ਦੇ ਇਤਿਹਾਸ ਦੀ ਅਗਲੀ ਲੜੀ ਨਾਲ ਜੁੜ ਜਾਈਏ। ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਮ ਸ਼੍ਰੀ ਸਤਿਗੁਰ ਮਹਿਦ ਪ੍ਰਤਾਪੰ। ਇਸ ਤਰ੍ਹਾਂ 7ਵੇਂ ਪਾਤਸ਼ਾਹ ਜੀ ਜਿਨ੍ਹਾਂ ਦਾ ਬਹੁਤ ਵੱਡਾ ਪ੍ਰਤਾਪ ਪ੍ਰਗਟ ਹੋਇਆ ਹੈ, ਜਗਤ ਬਿਖੈ ਹੋਵਤ ਬਿਸਤਾਰ। ਦਿਨੋਂ ਦਿਨ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਪ੍ਰਤਾਪ ਵੱਧਦਾ ਹੀ ਜਾ ਰਿਹਾ ਹੈ। ਸਾਰੇ ਸੰਸਾਰ ਦੇ ਵਿੱਚ ਆਵਹਿ ਦੇਸ਼ ਵਿਦੇਸ਼ਨ ਸੰਗਤ, ਦੇਸ਼ਾਂ ਵਿਦੇਸ਼ਾਂ ਤੋਂ ਗੁਰੂ ਨਾਨਕ ਦੀਆਂ ਸੰਗਤਾਂ ਕੀਰਤਪੁਰ ਸਾਹਿਬ ਆਉਂਦੀਆਂ ਹਨ। ਦਰਸ਼ਨ ਕਰ ਅਰਪਹਿ ਉਪਹਾਰ। ਮਹਾਰਾਜ ਦੇ ਦਰਸ਼ਨ ਕਰ ਕਰਕੇ ਆਪਣੀਆਂ ਪ੍ਰੇਮ ਭੇਟਾਵਾਂ ਅਰਪਣ ਕਰਦੀਆਂ ਹਨ। ਮਨ ਬਾਂਛਤ ਸਿਖ ਪਾਵਤ ਹੈ ਫਲ। ਗੁਰੂ ਕੇ ਸਿੱਖ ਮਨ ਬਾਂਛਤ ਫਲ ਪਾਉਂਦੇ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ।
ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਤੋਂ ਸਭ ਦੀਆਂ ਮਨੋ ਕਾਮਨਾ ਪੂਰਨ ਹੁੰਦੀਆਂ ਹਨ। ਖਰੇ ਅਗਰ ਅਰਦਾਸ ਉਚਾਰ, ਔਰ ਜਿਹੜਾ ਵੀ ਸਿੱਖ ਆ ਕੇ ਮਹਾਰਾਜ ਦੇ ਚਰਨਾਂ 'ਚ ਖੜ ਕੇ ਅਰਦਾਸ ਕਰਦਾ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਮਹਾਰਾਜ ਸਾਹਿਬ ਜੀ ਉਹਦੀ ਅਰਦਾਸ ਪੂਰੀ ਕਰਦੇ ਨੇ, ਜੋ ਵੀ ਕੋਈ ਮੰਗਦਾ ਉਹੀ ਦੇ ਦਿੰਦੇ ਹਨ। ਕੀਰਤਪੁਰ ਮਹਿ ਪੀਰ ਹੋਤ ਨਿਤ, ਸ੍ਰੀ ਕੀਰਤਪੁਰ ਸਾਹਿਬ ਰੋਜ਼ ਹੀ ਮੇਲਾ ਲੱਗਾ ਰਹਿੰਦਾ। ਨਿਤ ਖੁਸ਼ੀਆਂ ਮਹਾਰਾਜ ਦੇ ਦਰਬਾਰ ਵਿੱਚ, ਨਿਤ ਨਵੀਆਂ ਰੌਣਕਾਂ, ਨਿਤ ਨਵੀਆਂ ਸੰਗਤਾਂ ਆਉਂਦੀਆਂ ਹਨ। ਅਰਜ਼ ਗੁਜ਼ਾਰ ਹੈ ਮਿਲੇ ਹਜ਼ਾਰ, ਹਜ਼ਾਰਾਂ ਲੋਕ ਆਉਂਦੇ ਹਨ ਤੇ ਮਹਾਰਾਜ ਦੇ ਦਰਸ਼ਨ ਮੇਲੇ ਕਰਦੇ, ਅਰਜ਼ਾਂ ਬੇਨਤੀਆਂ ਕਰਦੇ ਹਨ। ਇੱਕ ਬਿਰਦਾ ਸ਼ਰਦਾ ਸਤਿਗੁਰ ਕੀ, ਸਾਧ ਸੰਗਤ ਜੀ, ਇੱਕ ਬਿਰਧ ਮਾਤਾ ਜਿਹੜੀ ਗੁਰੂ ਮਹਾਰਾਜ ਨਾਲ ਬਹੁਤ ਸ਼ਰਧਾ ਰੱਖਦੀ ਸੀ, ਬਹੁਤ ਪ੍ਰੇਮਣ ਮਾਈ ਸੀ। ਪ੍ਰੇਮਾ ਭਗਤ ਹਿਰਦੈ ਲਿਵਲਾਏ, ਉਹ ਬੜੀ ਪ੍ਰੇਮਣ ਸੀ ਗੁਰੂ ਮਹਾਰਾਜ ਦੀ, ਪ੍ਰੇਮਾ ਭਗਤੀ ਵਿੱਚ ਉਹਦੀ ਬਿਰਤੀ ਜੁੜੀ ਹੋਈ ਸੀ। ਤਰਹਿ ਧਿਆਨ ਨਿਸ ਦਿਨ ਗੁਰਮੂਰਤ, ਉਹ ਹਰ ਵੇਲੇ ਮਹਾਰਾਜ ਸਤਵੇਂ ਪਾਤਸ਼ਾਹ ਜੀ ਦੇ ਸਰੂਪ ਦਾ ਧਿਆਨ ਕਰਦੀ ਸੀ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਗੁਰਸਿੱਖਾਂ ਦੀ ਵੱਖਰੀ ਵੱਖਰੀ ਅਵਸਥਾ ਹੁੰਦੀ ਹੈ। ਕੋਈ ਸਾਕਾਰ ਦਾ ਧਿਆਨ ਕਰਦੇ ਨੇ, ਕੋਈ ਨਿਰਾਕਾਰ ਦਾ ਕਰਦੇ ਨੇ। ਸਾਰਿਆਂ ਦੀ ਇੱਕੋ ਜਿਹੀ ਅਵਸਥਾ ਨਹੀਂ ਹੁੰਦੀ। ਸਾਧ ਸੰਗਤ ਜੀ, ਅੱਜ ਸਾਡੇ ਅੰਦਰ ਇਹੋ ਜਿਹੀ ਬਿਰਤੀ ਪ੍ਰਬਲ ਹੋ ਰਹੀ ਹੈ, ਜਿਹੜਾ ਵੀ ਉੱਠਦਾ ਕਹਿੰਦਾ ਜਿੱਦਾਂ ਮੈਂ ਸਿਮਰਨ ਕਰਦਾ ਨਾ ਇੱਦਾਂ ਹੀ ਕਰੋ, ਮੇਰੇ ਤੋਂ ਬਾਅਦ ਕੁਛ ਨਹੀਂ ਹੈ। ਪਰ ਸਾਧ ਸੰਗਤ ਜੀ, ਵਾਹਿਗੁਰੂ ਦੇ ਪਿਆਰਿਆਂ ਦੀਆਂ ਖੇਡਾਂ ਨਿਆਰੀਆਂ ਹਨ। ਇੱਕ ਜਿਹੜੇ ਮਹਾਂਪੁਰਸ਼ਾਂ ਨੇ ਗੱਲ ਕਹੀ ਹੈ, ਵੇਦਾਂ ਸ਼ਾਸਤਰਾਂ ਵਿੱਚ ਵੀ, ਗੁਰਬਾਣੀ ਵਿੱਚ ਵੀ ਤੱਤ ਕੱਢਿਆ ਹੈ, ਉਹ ਇਹ ਹੈ ਵੀ ਇਹ ਰਸਤਾ ਤਾਂ ਸੜਕ 'ਤੇ ਨਹੀਂ, ਸੰਸਾਰ ਧਰਤੀ 'ਤੇ ਨਹੀਂ ਬਣਿਆ ਹੋਇਆ। ਜਿਹੜੀਆਂ ਸੜਕਾਂ ਬਣੀਆਂ ਹੁੰਦੀਆਂ ਨਾ ਧਰਤੀ 'ਤੇ, ਉਹ ਪੱਕੀਆਂ ਹੁੰਦੀਆਂ ਇੱਕੋ ਥਾਂ 'ਤੇ। ਪਰ ਜਿਹੜਾ ਪੰਛੀ ਉੱਡਦਾ ਨਾ, ਪੰਛੀ ਦਾ ਕੋਈ ਪਤਾ ਨਹੀਂ 2 ਫੁੱਟ ਐਨ ਉੱਡ ਜਾਵੇ, ਐਨ ਉੱਡ ਜਾਵੇ, ਥੱਲੇ ਉੱਡ ਜਾਵੇ, ਉੱਪਰੋਂ ਉੱਡ ਜਾਵੇ। ਇਹ ਪੰਛੀ ਦਾ ਮਾਰਗ ਹੈ, ਪਰਮਾਤਮਾ ਦਾ ਪਰਮਾਰਥ ਦਾ ਰਸਤਾ ਹੈ। ਖੰਭ ਵਿਕਾਂਦੜੇ ਜੇ ਲਹਾਂ ਕਿੰਨਾ ਸਾਵੀਂ ਤੋਲ, ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ। ਉਸ ਮਾਰਗ 'ਤੇ ਜਾਣਾ, ਕਿਹੜੇ ਰਾਹ 'ਤੇ ਜਾਣਾ ਕੋਈ ਨਿਸ਼ਚਿਤ ਨਹੀਂ ਹੈ। ਜਿਹੜਾ ਕਹਿੰਦਾ ਜਿਹੜਾ ਮੇਰੇ ਵਾਲਾ ਰਸਤਾ ਇਹੀ ਠੀਕ ਹੈ, ਉਹਦਾ ਰਸਤਾ ਹੀ ਕੋਈ ਨਹੀਂ। ਆਖੋ ਸ੍ਰੀ ਵਾਹਿਗੁਰੂ। ਉਹ ਜੇ ਘਰੋਂ ਹੀ ਨਹੀਂ ਤੁਰਿਆ, ਐਵੇਂ ਗੱਲਾਂ ਮਾਰੀ ਜਾਵੇ, ਭਾਵੇਂ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਈਸਾਈ ਹੋਵੇ, ਜਿੱਦ ਕਰਦਾ ਹੋਵੇ ਮੇਰੇ ਵਾਲਾ ਧਰਮ ਸਹੀ ਹੈ ਬਾਕੀ ਗਲਤ ਨੇ, ਉਹਨੂੰ ਪ੍ਰਾਪਤੀ ਨਹੀਂ ਹੁੰਦੀ। ਇਹ ਮਾਰਗ ਹੈ ਪੰਛੀਆਂ ਦਾ, ਉਡਾਰੀ ਮਾਰਨੀ ਹੈ। ਕਿਸੇ ਨੇ ਉੱਪਰੋਂ ਦੀ ਲੰਘਣਾ, ਕਿਸੇ ਨੇ ਥੱਲਿਓਂ ਦੀ, ਕਿਸੇ ਨੇ ਸੱਜਿਓਂ ਦੀ, ਕਿਸੇ ਨੇ ਖੱਬਿਓਂ ਦੀ। ਇਹ ਖੇਡ ਹੀ ਐਸੀ ਹੈ। ਸੜਕਾਂ ਨਹੀਂ ਬਣੀਆਂ ਹੋਈਆਂ ਵੀ GT ਰੋਡ ਦੀ ਤਰ੍ਹਾਂ ਉੱਤੇ ਤੁਹਾਡੇ ਨੈਵੀਗੇਸ਼ਨ 'ਤੇ ਆ ਜਾਏਗਾ ਵੀ ਇੱਧਰ ਮੁੜ ਜਾਓ, ਉਹ ਗੱਲ ਨਹੀਂ ਹੈਗੀ। ਇਹ ਖੇਡ ਹੋਰ ਹੈ। ਸੋ ਮਹਾਰਾਜ ਸਾਹਿਬ ਜੀ ਦੀ ਪ੍ਰੇਮਣ ਸੀ ਮਾਤਾ। ਉਹ ਕੀ ਕਰਦੇ ਸੀ? ਗੁਰੂ ਸਾਹਿਬ ਦਾ ਹੀ ਧਿਆਨ ਕਰਦੇ ਸੀ। ਉਹ ਕਹਿੰਦੀ ਮੇਰਾ ਰੱਬ ਵੀ ਇਹ ਹੈ, ਮੇਰਾ ਨਾਮ ਵੀ ਇਹ ਹੈ, ਮੇਰੀ ਭਗਤੀ ਇਹ ਹੈ। ਬਸ ਹਰ ਵੇਲੇ ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਵਾਹਿਗੁਰੂ ਵਾਹਿਗੁਰੂ ਜਪਦੀ ਸੀ ਤੇ ਧਿਆਨ ਸਤਿਗੁਰੂ ਜੀ ਦਾ ਕਰਦੀ ਸੀ। ਚਿਤ ਮਹਿ ਚਿਤਵਤ ਬਲ ਬਲ ਜਾਏ। ਮਹਾਰਾਜ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਆਪਣੇ ਚਿੱਤ ਵਿੱਚ ਲਿਆ ਕੇ ਨਾ, ਇੰਨਾ ਜ਼ਿਆਦਾ ਲਿਆ ਸੀ ਸਰੂਪ ਨੂੰ ਆਪਣੇ ਅੰਦਰ ਵੀ ਬਾਹਰਲੇ ਸਾਰੇ ਸਰੂਪ ਭੁੱਲ ਗਏ ਸਨ। ਆਖੋ ਸ੍ਰੀ ਵਾਹਿਗੁਰੂ। ਅਸੀਂ ਚਿੰਤਨ ਕਿਉਂ ਕਰਦੇ ਹਾਂ, ਧਿਆਨ ਕਿਉਂ ਕਰਦੇ ਹਾਂ, ਨਾਮ ਕਿਉਂ ਜਪਦੇ ਹਾਂ? ਵੀ ਦੁਨੀਆ ਭੁੱਲ ਜਾਵੇ। ਜੇ ਦੁਨੀਆ ਨਹੀਂ ਭੁੱਲੀ, ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਆਪਾਂ, ਤੇ ਧਿਆਨ ਕਿਤੇ ਦੁਨੀਆ 'ਚ ਫਿਰਦਾ, ਫਿਰ ਕੁਛ ਵੀ ਨਹੀਂ, ਫਿਰ ਤਾਂ ਫੋਕਾ ਹੀ ਹੈ ਸਾਰਾ ਕੁਛ। ਤੋ ਸਾਰੀ ਸਾਧਨਾ ਜਿਹੜੀ ਹੈ ਉਹ ਧਿਆਨ ਕੇਂਦਰਿਤ ਕਰਨ ਦੀ ਹੈ ਇੱਕ ਬਿੰਦੂ 'ਤੇ, ਤੇ ਉਹਦਾ ਸੀ ਗੁਰੂ ਹਰਿਰਾਏ ਸਾਹਿਬ। ਉਹ ਸਤਿਗੁਰੂ ਜੀ ਨੂੰ ਹੀ ਚਿਤਵਦੀ ਰਹਿੰਦੀ ਸੀ। ਬਾਕੀ ਸਭੇ ਗੱਲਾਂ ਵਿਸਰਨ, ਬਾਣੀ 'ਚ ਆਉਂਦਾ ਨਾ, ਸਭੇ ਗੱਲਾਂ ਵਿਸਰਨ, ਇੱਕਾ ਵਿਸਰ ਨਾ ਜਾਓ। ਇੱਕ ਗੱਲ ਨਾ ਭੁੱਲੇ, ਬਾਕੀ ਸਭ ਭੁੱਲ ਜਾਵੇ। ਸਾਧ ਸੰਗਤ ਜੀ, ਦੁਨੀਆ ਨੂੰ ਭੁੱਲਣਾ ਹੀ ਤਪੱਸਿਆ ਹੈ, ਦੁਨੀਆ ਨੂੰ ਭੁੱਲਣਾ ਹੀ ਭਗਤੀ ਹੈ। ਪਰ ਕੌਣ ਚਾਹੁੰਦਾ ਇੱਦਾਂ ਕਰਨਾ? ਮੈਂ ਵੀ ਨਹੀਂ ਚਾਹੁੰਦਾ, ਤੁਸੀਂ ਵੀ ਨਹੀਂ ਚਾਹੁੰਦੇ। ਜਦੋਂ ਭੁੱਲਣ ਦੀ ਗੱਲ ਆਉਂਦੀ ਨਾ, ਕਿਤੇ ਕਿਤੇ ਕੋਈ ਸਾਧਕ ਸਾਧਨਾ ਕਰਦਾ, ਜਦੋਂ ਕਿਤੇ ਸਾਧਨਾ ਕਰਦੇ ਸਟੇਜ ਆਉਂਦੀ ਭੁੱਲਣ ਦੀ, ਉੱਥੇ ਘਬਰਾਹਟ ਹੋ ਜਾਂਦੀ ਹੈ। ਉਹ ਵਾਪਸ ਮੁੜ ਆਉਂਦਾ, ਕਹਿੰਦਾ ਹੈ ਇੱਥੇ ਅੱਗੇ ਤਾਂ ਹਨੇਰਾ ਹੈ। ਪਰ ਜੇ ਉਹ ਹਨੇਰਾ ਟੱਪ ਜਾਵੇ ਤਾਂ ਫਿਰ ਪ੍ਰਕਾਸ਼ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੀ ਉਹ ਪ੍ਰੇਮਣ ਮਾਈ ਧਿਆਨ ਵਿੱਚ ਮਗਨ ਹੋ ਗਈ ਤੇ ਸੰਸਾਰ ਉਸ ਨੂੰ ਭੁੱਲ ਗਿਆ। ਘਰ ਤੇ ਨਿਰਤਨ ਅਸਨ ਨ ਪਾਵਹਿ। ਪਰ ਗਰੀਬੀ ਬਹੁਤ ਸੀ ਘਰ 'ਚ, ਇੰਨੀ ਗਰੀਬੀ ਸੀ
ਵੀ ਉਹਨੂੰ ਖਾਣ ਨੂੰ ਰੋਟੀ ਵੀ ਨਸੀਬ ਨਹੀਂ ਸੀ ਹੁੰਦੀ, ਚਾਹ ਕਰਵ ਗੁਰ ਸੇਵ ਬਨਾਏ। ਪਰ ਮਨ ਵਿੱਚ ਚਾਹੁੰਦੀ ਸੀ ਵੀ ਗੁਰੂ ਸਾਹਿਬ ਦੀ ਸੇਵਾ ਕਰਾਂ, ਫਿਰ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਵਾਂ। ਮਮ ਕਰਤੇ ਕਿਸ ਬਿਦ ਬਨ ਆਵੈ ਹੈ। ਰੋਜ਼ ਸੋਚਦੀ ਸੀ ਕਿ ਮੇਰੇ ਹੱਥੋਂ ਗੁਰੂ ਸਾਹਿਬ ਦੀ ਕੋਈ ਸੇਵਾ ਨਹੀਂ ਹੁੰਦੀ, ਕਿਹੜੇ ਤਰੀਕੇ ਨਾਲ ਮੈਂ ਮਹਾਰਾਜ ਦੀ ਸੇਵਾ ਕਰਾਂ। ਤਬਹ ਸਫਲਤਾ ਮੈਂ ਨਿਜ ਪਾਏ। ਜੇ ਮੇਰੇ ਹੱਥੋਂ ਮਹਾਰਾਜ ਸਤਵੇਂ ਪਾਤਸ਼ਾਹ ਜੀ ਪ੍ਰਸ਼ਾਦਾ ਛਕ ਲੈਣ ਤਾਂ ਮੇਰਾ ਸਰੀਰ, ਮੇਰਾ ਜਨਮ, ਮੇਰੀ ਸਾਧਨਾ ਸਫਲ ਹੋ ਜਾਏਗੀ। ਇੱਕ ਦਿਨ ਧਰਮ ਕਿਰਤ ਕੁਛ ਕਰਕੇ। ਇੱਕ ਦਿਨ ਸੁਭਾਗਾਂ ਵਾਲੀ ਮਾਤਾ ਨੇ ਲੋਕਾਂ ਦੇ ਘਰ ਜਾ ਕੇ ਝਾੜੂ ਪੋਚਾ ਕੀਤਾ, ਕੰਮਕਾਰ ਕੀਤਾ, ਮਿਹਨਤ ਕੀਤੀ, ਧਰਮ ਦੀ ਕਿਰਤ ਕੀਤੀ, ਥੋੜੇ ਜਿਹੇ ਪੈਸੇ ਬਣਾਏ। ਟਕਾ ਇੱਕ ਮਿਹਨਤ ਕੋ ਲੀਨ। ਸਾਰੀ ਮਿਹਨਤ ਦਾ 1 ਟਕਾ ਮਿਲਿਆ। ਸਾਰਾ ਦਿਨ ਕੰਮ ਕੀਤਾ ਕਿਤੇ ਜਾ ਕੇ, ਉਹਦੇ ਬਦਲੇ 'ਚ ਉਸਨੂੰ 1 ਟਕਾ ਮਿਹਨਤ ਦੀ ਮਜ਼ਦੂਰੀ ਦੀ ਮਿਲੀ। ਹਾਂਜੀ, ਅਸਨ ਸਮਗਰੀ ਕਰੀ ਖਰੀਦਨ। ਉਹਨੇ ਉਹਦੇ ਨਾਲ ਲੰਗਰ ਦਾ ਸਮਾਨ ਖਰੀਦਿਆ ਨਿਜ ਗ੍ਰਹਿ ਆਏ ਲੀਪ ਬੋਕੀਨ। ਤੇ ਉਹਨੇ ਆ ਕੇ ਘਰ ਆਪਣਾ ਲਿਪਿਆ, ਆਪਣੇ ਚੁੱਲ੍ਹੇ ਨੂੰ ਮਿੱਟੀ ਦਾ ਪੋਚਾ ਮਾਰਿਆ, ਆਪਣੇ ਬਸਤਰ ਪਖਾਰਨ ਕਰਕੇ। ਆਪਣੇ ਪੁਰਾਣੇ ਘਸੇ ਜੇ ਮੈਲੇ ਜੇ ਕੱਪੜੇ ਧੋਏ। ਬਹੁਤੇ ਕੱਪੜੇ ਵੀ ਨਹੀਂ ਸੀ, ਗਰੀਬਣੀ ਬੜੀ ਸੀ। ਗਰੀਬਣੀ ਨੇ ਆਪਣੇ ਕੱਪੜੇ ਧੋਏ, ਕੇਸੀ ਇਸ਼ਨਾਨ ਕੀਤਾ। ਜਲ ਮੱਜਨ ਤੇ ਹੋਇਆ ਮਲਹੀਨ। ਕੇਸੀ ਇਸ਼ਨਾਨ ਕਰਕੇ ਸਾਫ਼ ਕੱਪੜੇ ਪਹਿਨ ਕੇ ਚੁੱਲ੍ਹਾ ਚੌਂਕਾ ਪਹਿਲਾਂ ਹੀ ਤਿਆਰ ਕਰ ਲਿਆ ਸੀ, ਪੋਚਾ ਮਾਰ ਲਿਆ ਸੀ, ਭਾਂਡੇ ਸਾਰੇ ਮਾਂਜ ਲਏ ਸਨ। ਸਭ ਬਿਦ ਸੁਚਤੇ ਇਕੱਠੀ ਕਰਕੇ। ਬੜੀ ਸੁਚਮ ਨਾਲ ਉਹਦੇ ਕੋਲ ਜਿਹੜੇ ਵੀ ਭਾਂਡੇ ਸਨ, ਉਹਨੇ ਉਹ ਭਾਂਡੇ ਮਾਂਜੇ ਤੇ ਫਿਰ ਉਹਨੇ ਆਟਾ ਲਿਆਂਦਾ। ਹਾਂਜੀ, ਹਿਰਦੇ ਪ੍ਰੇਮ ਪ੍ਰਵਾਹ ਪ੍ਰਬੀਨ। ਪ੍ਰੇਮ ਬੜਾ ਸੀ ਮਨ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਵਾਸਤੇ ਮੈਂ ਲੰਗਰ ਬਣਾ ਰਹੀ ਹਾਂ। ਦੀਨ ਦੁਨੀਆ ਦੇ ਮਾਲਕ ਅਕਾਲ ਪੁਰਖ ਨਿਰੰਕਾਰ ਦੇ ਜੋਤੀ ਸਰੂਪ ਦੇ 7ਵੇਂ ਸਰੂਪ ਗੁਰੂ ਨਾਨਕ ਦੀ 7ਵੀਂ ਜੋਤ ਨੂੰ, 7ਵੇਂ ਜਾਮੇ ਨੂੰ ਮੈਂ ਪ੍ਰਸ਼ਾਦਾ ਛਕਾਣਾ ਹੈ। ਦੋਏ ਰੋਟਕਾ ਕਰੀ ਪਕਾਵਨ। ਕਿਉਂਕਿ ਉਹਦੇ ਕੋਲ ਦਾਲਾਂ ਸਬਜ਼ੀਆਂ ਜੋਗੇ ਤੇ ਪੈਸੇ ਹੈ ਨਹੀਂ ਸੀਗੇ, ਆਟਾ ਹੀ ਸੀਗਾ। ਉਹ ਥੋੜੇ ਜਿਹੇ 1 ਟਕੇ ਨਾਲ ਜਿੰਨਾ ਕੁ ਸਮਾਨ ਆਉਣਾ ਸੀ, ਉਹਨੇ ਇੱਕ ਆਟਾ ਲਿਆਂਦਾ, ਇੱਕ ਥੋੜਾ ਜਿਹਾ ਲੂਣ ਲਿਆਂਦਾ ਤੇ 2 ਪ੍ਰਸ਼ਾਦੇ ਉਹਨੇ ਮੋਟੇ ਮੋਟੇ ਪਕਾਏ ਹਨ। ਕ੍ਰਿਤ ਅਰਸਤਾ ਉਪਰੇ ਪਾਏ। ਤੇ ਥੋੜਾ ਜਿਹਾ ਵਿੱਚ ਘਿਓ ਵੀ ਪਾ ਲਿਆ। ਘਿਓ ਤੇ ਖੰਡ ਲੈ ਕੇ ਨਾ ਉਹ ਪ੍ਰਸ਼ਾਦਾ, ਦਾਲ ਸਬਜ਼ੀ ਨਹੀਂ ਕੋਈ ਬਣੀ, ਘਿਓ ਦੇ ਵਿੱਚ ਖੰਡ ਮਿਲਾ ਲਈ, ਜਿਵੇਂ ਆਪਾਂ ਘੀ ਬਿਊਰਾ ਕਹਿੰਦੇ ਆ ਪਹਿਲੇ ਜ਼ਮਾਨੇ 'ਚ। ਇਹ ਲੈ ਕੇ ਤੇ 2 ਮੋਟੀਆਂ ਮੋਟੀਆਂ ਰੋਟੀਆਂ ਬਣਾ ਕੇ ਨੀਕੀ ਬਿਦ ਸੋ ਕਰ ਤਿਆਰ ਤੇ ਬੜੀ ਪ੍ਰੇਮ ਨਾਲ ਤਿਆਰ ਕੀਤੀਆਂ। ਪਰ ਉਹ 2 ਪ੍ਰਸ਼ਾਦੇ ਬਾਸਨ ਮਹਿਤਰ ਕਰ ਹਿਤ ਲਾਏ। ਤੇ ਉਹਨੂੰ ਇੱਕ ਛੋਟੇ ਜਿਹੇ ਡੱਬੇ ਵਿੱਚ, ਭਾਂਡੇ ਵਿੱਚ ਰੱਖਿਆ ਤੇ ਉੱਤੋਂ ਪੋਣੇ ਨਾਲ ਢੱਕ ਲਿਆ। ਸ਼ਾਦ ਰੁਮਾਲ ਸਾਥ ਕਰ ਧਰ ਕੇ। ਕੱਪੜੇ ਨਾਲ, ਰੁਮਾਲ ਨਾਲ ਢੱਕ ਕੇ 2 ਪ੍ਰਸ਼ਾਦੇ ਮਾਤਾ ਨੇ ਆਪਣੇ ਹੱਥ ਵਿੱਚ ਲੈ ਲਏ। ਨਿਕਸੀ ਕਰਤੇ ਵਹਿ ਸਦਾਏ। ਤੇ ਗੁਰੂ ਗੁਰੂ ਜਪਦੀ ਹੋਈ ਉਹ ਬਿਰਧ ਮਾਤਾ ਆਪਣੇ ਘਰੋਂ ਨਿਕਲੀ ਹੈ ਵੀ ਮੈਂ ਚੱਲ ਕੇ 7ਵੇਂ ਪਾਤਸ਼ਾਹ ਗਰੀਬ ਨਵਾਜ ਨੂੰ 2 ਪ੍ਰਸ਼ਾਦੇ ਛਕਾਵਾਂ ਆਪਣੇ ਹੱਥ ਦੇ ਬਣੇ ਹੋਏ। ਕਿਮ ਪਹੁੰਚੋ ਮੈਂ ਨਿਕਟ ਗੁਰੂ ਕੇ। ਪਰ ਮਨ ਦੇ ਵਿੱਚ ਸੋਚ ਰਹੀ ਹੈ ਮੈਂ ਬੜੀ ਗਰੀਬਣੀ ਹਾਂ, ਮੇਰੇ ਵਰਗੀਆਂ ਲੱਖਾਂ ਉੱਥੇ ਮੱਥਾ ਟੇਕਣ ਆਉਂਦੀਆਂ ਨੇ, ਲੱਖਾਂ ਗੁਰੂ ਦੇ ਪਿਆਰੇ ਸਿੱਖ ਆਉਂਦੇ ਨੇ, ਮੈਂ ਭਲਾ ਗੁਰੂ ਸਾਹਿਬ ਕੋਲ ਕਿਵੇਂ ਪਹੁੰਚਾਂਗੀ। ਮਨ ਮਹਿ ਗਿਣਤੀ ਕੋ ਉਪਜਾਏ। ਮਨ ਦੇ ਵਿੱਚ ਬੜੀਆਂ ਗਿਣਤੀਆਂ ਮਿਣਤੀਆਂ ਸੋਚਦੀ ਹੋਈ ਤੁਰ ਪਈ। ਕਿਵੇਂ ਮੇਰੇ ਕਰਤੇ ਲੈ ਅਚਵਹਿ। ਮੇਰੇ ਗਰੀਬਣੀ ਦੇ ਹੱਥੋਂ ਮਹਾਰਾਜ ਕਿਵੇਂ ਲੈ ਕੇ ਖਾਣਗੇ। ਲੋਕ ਹਜ਼ਾਰਨ ਕੀ ਜਹ ਭੀੜ। ਜਿੱਥੇ ਹਜ਼ਾਰਾਂ ਲੋਕਾਂ ਦੀ ਭੀੜ ਹੈ ਤੇ ਮੇਰੇ ਹੱਥੋਂ ਰੋਟੀ ਲੈ ਕੇ ਮਹਾਰਾਜ ਨੇ ਕਿੱਥੇ ਛਕਣੀ ਹੈ, ਇਹ ਵੀ ਮਨ ਦੇ ਵਿੱਚ ਸੋਚ ਰਹੀ ਹੈ। ਚਿਰੰਕਾਲ ਕੀ ਮੇਰੀ ਚਿਤਵਨ। ਪਰ ਮੇਰੀ ਇਹ ਅਰਦਾਸ ਬੜੇ ਚਿਰਾਂ ਦੀ ਹੈ, ਕਈ ਸਾਲਾਂ ਤੋਂ ਮੈਂ ਚਾਹੁੰਦੀ ਹਾਂ ਵੀ ਕਦੋਂ ਘੜੀ ਆਵੇ ਵੀ ਮੇਰੇ ਘਰ 2 ਰੋਟੀਆਂ ਪੱਕ ਜਾਣ। ਆਪਣੇ ਖਾਣ ਨੂੰ ਨਾ ਪੱਕਦੀ ਹੋਵੇ ਤੇ ਗੁਰੂ ਨੂੰ ਕਿੱਥੋਂ ਖਵਾਈ ਜਾਣੀ ਸੀ। ਆਖੋ ਸ੍ਰੀ ਵਾਹਿਗੁਰੂ। ਆਪ ਵੀ ਕਦੀ ਰੁੱਖੀ ਮਿੱਟੀ ਮਿੱਸੀ ਮੰਗ ਤੰਗ ਕੇ ਖਾਂਦੀ ਸੀ ਤੇ ਅੱਜ ਗੁਰੂ ਸਾਹਿਬ ਵਾਸਤੇ 2 ਪਰੌਂਠੇ ਬਣਾ ਕੇ ਲੈ ਤੁਰੀ ਹੈ। ਸੇਵਾ ਸਤਿਗੁਰ ਕੇ ਹੋਏ ਤੀਰ। ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਜਾ ਕੇ ਮੈਂ ਸੇਵਾ ਕਰਾਂ, ਮੈਂ ਉਹਨਾਂ ਨੂੰ 2 ਪ੍ਰਸ਼ਾਦੇ ਛਕਾਵਾਂ, ਇਹ ਮੇਰੀ ਬੜੀ ਪੁਰਾਣੀ ਤਮੰਨਾ ਹੈ। ਅੰਤਰਜਾਮੀ ਪਰਹ ਕਾਮਨਾ। ਮੇਰੇ ਸਤਿਗੁਰੂ ਅੰਤਰਜਾਮੀ ਨੇ ਸੁਣਿਆ, ਉਹ ਘਟ ਘਟ ਦੀ ਜਾਣਨ ਵਾਲੇ ਨੇ
ਜੇ ਅੰਤਰਜਾਮੀ ਸਤਿਗੁਰੂ ਮੇਰੀ ਕਾਮਨਾ ਪੂਰੀ ਕਰ ਦੇਣ, ਅੱਜ ਮੇਰੇ ਹੱਥ ਦੀਆਂ ਦੋਵੇਂ ਰੋਟੀਆਂ ਲੈ ਕੇ ਖਾ ਲੈਣ। ਜਥਾ ਪੀਲਨੀ ਕੀ ਰਗਬੀਰ। ਜਿਵੇਂ ਭਗਵਾਨ ਸ੍ਰੀ ਰਾਮਚੰਦਰ ਜੀ ਮਹਾਰਾਜ ਨੇ ਤ੍ਰੇਤੇ ਯੁਗ 'ਚ ਭੀਲਣੀ ਦੇ ਝੂਠੇ ਬੇਰ ਖਾਦੇ ਸਨ। ਪ੍ਰੇਮ ਪਰਖਣਾ ਹੈ ਗੁਰ ਹਰਿ ਕੇ। ਕਿਉਂਕਿ ਪ੍ਰਮਾਤਮਾ ਦੇ ਘਰ, ਗੁਰੂ ਦੇ ਘਰ ਤਾਂ ਪ੍ਰੇਮ ਦੀ ਪਰਖ ਹੁੰਦੀ ਹੈ। ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹ ਪ੍ਰਮਾਤਮਾ ਪ੍ਰੇਮ ਦਾ ਭੁੱਖਾ ਹੈ। ਗੋਬਿੰਦ ਭਾਉ ਭਗਤ ਦਾ ਭੁੱਖਾ, ਉਹ ਤਾਂ ਪ੍ਰੇਮ ਨੂੰ ਪਰਖਦਾ ਹੈ। ਤੰਦਲ ਲਏ ਸਦਾਮੇ ਚੀਰ। ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਨੇ ਸੁਦਾਮੇ ਦੀ ਧੋਤੀ ਦੇ ਲੜ ਵਿੱਚ ਬੰਨੇ ਹੋਏ ਚਾਵਲ ਲੈ ਕੇ ਫੱਕਾ ਮਾਰ ਲਿਆ ਸੀਗਾ। ਸੁਦਾਮੇ ਦੀ ਘਰਵਾਲੀ ਕਹਿਣ ਲੱਗੀ, ਤੁਸੀਂ ਕਹਿੰਦੇ ਹੋ ਕ੍ਰਿਸ਼ਨ ਮੇਰੇ ਮਿੱਤਰ ਹਨ, ਐਡੇ ਵੱਡੇ ਭਗਵਾਨ ਰਾਜੇ ਹਨ, ਤੇ ਤੁਸੀਂ ਉਹਨਾਂ ਕੋਲ ਜਾ ਕੇ ਕੁਝ ਮੰਗ ਕਿਉਂ ਨਹੀਂ ਲੈਂਦੇ, ਉਹਨਾਂ ਨੂੰ ਮਿਲਦੇ ਕਿਉਂ ਨਹੀਂ? ਤੇ ਸਾਧ ਸੰਗਤ ਜੀ, ਸੁਦਾਮਾ ਘਰੋਂ ਤੁਰਿਆ। ਭਾਈ ਗੁਰਦਾਸ ਜੀ ਨੇ ਲਿਖਿਆ, ਚਲਿਆ ਗਣਦਾ ਗਟੀਆਂ, ਕਿਉਂ ਕਰ ਜਾਈਆ ਕੌਣ ਮਿਲਾਏ। ਬਿਪ ਸੁਦਾਮਾ ਦਾਲ ਦੀ, ਬਾਲ ਸਖਾਈ ਮਿੱਤਰ ਸਦਾਏ। ਤੇ ਜਦੋਂ ਤੁਰਿਆ ਤੇ ਘਰ ਵਾਲੀ ਕਹਿੰਦੀ ਵੀ ਰਾਜਿਆਂ ਮਹਾਰਾਜਿਆਂ ਕੋਲ, ਗੁਰੂਆਂ ਕੋਲ, ਅਵਤਾਰਾਂ ਕੋਲ, ਪੀਰਾਂ ਕੋਲ ਜਾਈਏ, ਖਾਲੀ ਹੱਥ ਨਹੀਂ ਜਾਈਦਾ। ਤੇ ਆਹ ਥੋੜ੍ਹੇ ਜਿਹੇ ਚਾਵਲ ਪਏ ਨੇ, ਮੁੱਠੀ ਕੁ ਲੈ ਜਾਓ। ਚਾਵਲਾਂ ਦੀ ਮੁੱਠੀ ਲੈ ਕੇ ਪੱਲੇ ਬੰਨ੍ਹ ਲਈ ਸੀ। ਪਰ ਜਦੋਂ ਉੱਥੇ ਜਾ ਕੇ ਸੋਨੇ ਦੇ ਮਹਿਲ ਵੇਖੇ, ਰਾਜਧਾਨੀ ਵੇਖੀ, ਤੇ ਮਨ ਵਿੱਚ ਆਇਆ ਵੀ ਮੇਰੇ ਚਾਵਲਾਂ ਦੀ ਇੱਥੇ ਕੀ ਔਕਾਤ ਹੈ। ਉਹ ਲੁਕਾ ਲਏ ਸਨ ਤੇ ਭਗਵਾਨ ਜੀ ਨੇ ਉਹਦੇ ਕੋਲੋਂ ਜ਼ਬਰਦਸਤੀ ਖੋਹ ਕੇ ਫੱਕਾ ਮਾਰਿਆ ਸੀਗਾ। ਹਾਂਜੀ, ਇਮ ਗਿਣਤੀ ਬਿਨਤੀ ਕੀ ਠਾਨਤ। ਇੱਦਾਂ ਉਹ ਮਾਈ ਵਿਚਾਰੀ ਪਿਛਲੀਆਂ ਗੱਲਾਂ ਯਾਦ ਕਰਦੀ ਹੈ ਤੇ ਭਗਵਾਨ ਦੇ ਚਰਨਾਂ 'ਚ ਅਰਦਾਸ ਕਰਦੀ ਹੈ। ਸਤਿਗੁਰ ਨੇ ਜਾਣੀ ਸਭ ਬਾਤ। ਤੇ ਜਾਣੀ ਜਾਣ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਮੇਰੇ ਸਤਿਗੁਰੂ ਗੁਰੂ ਹਰਾਏ ਸਾਹਿਬ ਸਭ ਕੁਝ ਜਾਣ ਗਏ। ਪਏ ਅਰੂੜ ਅਖੇਰ ਕਰਿਓ ਮਿਸ। ਉਧਰੋਂ ਮਾਈ ਜਿਹੜੀ ਆ ਘਰੋਂ ਨਿਕਲੀ ਹੈ, ਇਧਰੋਂ ਗੁਰੂ ਸਾਹਿਬ ਸ਼ਿਕਾਰ ਨੂੰ ਤੁਰ ਪਏ ਹਨ। ਸ਼ਿਕਾਰ ਦੇ ਬਹਾਨੇ ਤੇ ਘੋੜਿਆਂ ਤੇ ਸਵਾਰ ਹੋ ਕੇ ਫੌਜਾਂ ਨਾਲ ਲੈ ਲਈਆਂ। ਨਗਾਰੇ ਵੱਜਦੇ ਨੇ, ਸਤਿਗੁਰੂ ਜੀ ਦੀ ਫੌਜ ਚਾਲੇ ਪਾ ਗਈ ਹੈ। ਤੂਰਨ ਤੇ ਤਿਸ ਮਾਰਗ ਚਾਤ। ਤੇ ਜਾ ਉਸ ਰਸਤੇ ਰਹੇ ਨੇ ਜਿਹੜੇ ਰਾਹ ਤੋਂ ਮਾਈ ਆ ਰਹੀ ਹੈ। ਚੜੇ ਸੰਗ ਅਸਵਾਰ ਸੈਂਕੜੇ। ਨਾਲ ਸੈਂਕੜੇ ਘੋੜ ਸਵਾਰ ਗੁਰੂ ਦੀ ਫੌਜ ਦੇ ਸਿਪਾਹੀ ਵੀ ਚੜੇ ਹਨ। ਆਇਦ ਗਹੇ ਆਏ ਪਛਾਤ। ਕਹਿੰਦੇ ਸ਼ਸਤਰ ਫੜੇ ਹੋਏ ਪਿੱਛੇ ਪਿੱਛੇ ਆ ਰਹੇ ਹਨ। ਚੰਚਲ ਕਰਤ ਤਰੰਗ ਕਦਾਵਤ। ਔਰ ਘੋੜਿਆਂ ਨੂੰ ਕੁਦਾਉਂਦੇ ਹੋਏ ਨੌਜਵਾਨ ਆਪਣੇ ਹੱਥਾਂ 'ਚ ਬਰਛੇ ਤੇ ਬੰਦੂਕਾਂ ਉਲਾਰਦੇ ਹੋਏ ਤੁਰ ਰਹੇ ਹਨ। ਅਤ ਸ਼ੋਭਾ ਧਾਰਤ ਅਵਿਦਾਤ। ਬਹੁਤ ਵੱਡੀ ਸੋਭਾ ਹੈ। ਇਤਨੀ ਭਾਰੀ ਫੌਜ ਦੇ ਨਾਲ ਮਹਾਰਾਜ ਸਤਵੇਂ ਪਾਤਸ਼ਾਹ ਜੀ ਸ਼ਿਕਾਰ ਨੂੰ ਚੱਲੇ ਹਨ। ਤਿਆਗ ਸੋ ਪੰਥ ਖਰੀ ਹੋਏ ਇੱਕ ਥਲ। ਮਾਈ ਨੇ ਵੇਖਿਆ ਸਾਹਮਣਿਓਂ ਬੜੀ ਵੱਡੀ ਭੀੜ, ਬੜਾ ਵੱਡਾ ਲਸ਼ਕਰ ਆ ਰਿਹਾ ਹੈ। ਨਗਾਰੇ ਵੱਜ ਰਹੇ ਨੇ, ਨਿਸ਼ਾਨ ਝੂਲ ਰਹੇ ਨੇ। ਤੇ ਸਤਿਗੁਰੂ ਸਤਵੇਂ ਪਾਤਸ਼ਾਹ ਜੀ ਮਹਾਰਾਜ ਕਲਗੀ ਤੋੜਾ ਲਾਇਆ, ਬੜੇ ਸੁੰਦਰ ਜਾਹੋ ਜਲਾਲ 'ਚ ਘੋੜੇ ਤੇ ਬੈਠੇ ਆ ਰਹੇ ਨੇ। ਮਾਈ ਰਸਤਾ ਛੱਡ ਕੇ ਕਿਨਾਰੇ ਤੇ ਹੋ ਕੇ ਖੜ ਗਈ। ਮਨ ਤੇ ਚਰਨ ਬੰਦਨਾ ਕੀਨ। ਦੂਰੋਂ ਹੀ ਮਨ ਕਰਕੇ ਚਰਨ ਬੰਦਨਾ ਕੀਤੀ। ਜਿਹੜੀ ਹਰ ਵੇਲੇ ਗੁਰੂ ਦੇ ਚਰਨਾਂ 'ਚ ਧਿਆਨ ਰੱਖਦੀ ਸੀ, ਗੁਰੂ ਦੇ ਸਾਹਮਣੇ ਆਉਣ ਤੇ ਉਹਨੇ ਮੱਥਾ ਟੇਕਣਾ ਹੀ ਸੀਗਾ। ਉਹਨੇ ਮਨ ਕਰਕੇ ਮਹਾਰਾਜ ਨੂੰ ਦੂਰੋਂ ਹੀ ਨਮਸਕਾਰ ਕੀਤੀ। ਗਰੀਬ ਨਿਵਾਜ ਸਤਿਗੁਰੂ ਹਰਾਏ ਸਾਹਿਬ ਦੇ ਚਰਨਾਂ ਵਿੱਚ ਜਾਤ ਵਹਿਰ ਕਿਮ ਅਚਵਹ ਮੁਝ ਤੇ। ਸੋਚਣ ਲੱਗ ਪਈ, ਕਹਿੰਦੀ ਇਹ ਤਾਂ ਹੁਣ ਸ਼ਿਕਾਰ ਖੇਡਣ ਚੱਲੇ ਹਨ, ਬਾਹਰ ਜੰਗਲ ਨੂੰ ਚੱਲੇ ਹਨ। ਮੇਰੇ ਹੱਥੋਂ, ਮੇਰੀ ਗਰੀਬਣੀ ਦੇ ਹੱਥੋਂ ਇਹ ਪ੍ਰਸ਼ਾਦਾ ਲੈ ਕੇ ਕਿਵੇਂ ਛਕਣਗੇ। ਭਈ ਵਿਫਲ ਸੇਵਾ ਔਰ ਚੀਨ। ਮੇਰੀ ਸੇਵਾ ਨਿਸਫਲ ਹੋ ਗਈ ਹੈ। ਮੈਂ ਇੰਨੀ ਮਿਹਨਤ ਨਾਲ 2 ਪ੍ਰਸ਼ਾਦੇ ਬਣਾਏ ਨੇ, ਪਰ ਮੇਰੀ ਗਰੀਬਣੀ ਦੀ ਸੇਵਾ ਲੱਗਣੀ ਕੋਈ ਨਹੀਂ। ਇਸ ਕਰਕੇ ਮਹਾਰਾਜ ਜੀ ਸੱਚੇ ਪਾਤਸ਼ਾਹ ਗੁਰੂ ਹਰਾਏ ਸਾਹਿਬ ਜੀ ਘਰ ਨਹੀਂ ਟਿਕੇ ਤੇ ਬਾਹਰ ਨੂੰ ਤੁਰ ਪਏ ਹਨ। ਹੋਏ ਬਲਿਹਾਰ ਸਰੂਪ ਬਿਲੋਕਤ। ਨਾਲੇ ਮਾਈ ਵੇਖ ਰਹੀ ਮਹਾਰਾਜ ਦੇ ਸੁੰਦਰ ਸਰੂਪ ਨੂੰ, ਵੇਖ ਵੇਖ ਕੇ ਬਲਿਹਾਰ ਬਲਿਹਾਰ ਜਾਂਦੀ ਹੈ। ਸੰਮਤ 20 ਬੈਸ ਨਵੀਨ। ਉਸ ਵੇਲੇ ਮਹਾਰਾਜ ਸਤਵੇਂ ਪਾਤਸ਼ਾਹ ਦੀ 19-20 ਸਾਲ ਦੀ ਉਮਰ ਸੀ। ਮਾੜਾ ਮਾੜਾ ਦਾੜਾ, ਸੁੰਦਰ ਚਿਹਰੇ ਤੇ ਸੋਭਾ ਪਾ ਰਿਹਾ ਸੀਗਾ। ਗੋਰਾ ਚੰਨ ਵਰਗਾ ਰੰਗ ਸੀ ਸਤਿਗੁਰਾਂ ਦਾ। ਸਰੀਰ ਬੜਾ ਸੁੰਦਰ ਸਡੋਲ ਤੇ ਘੋੜੇ ਤੇ ਬੈਠੇ ਬਹੁਤ ਹੀ ਮਨ ਨੂੰ ਮੋਹਦੇ ਸਨ ਸਤਵੇਂ ਪਾਤਸ਼ਾਹ ਜੀ ਹਜੂਰ। ਬਿਰਦਾ ਸਿਖਨੀ ਸ਼ਰਦਾ ਅਦਕਤ। ਬਿਰਧ ਮਾਈ
ਬੜੀ ਸ਼ਰਧਾ ਦੇ ਨਾਲ ਖੜੀ ਹੋਈ, ਆਪਣੇ ਉਹ ਦੋਵੇਂ ਪ੍ਰਸ਼ਾਦੇ ਹੱਥ ਵਿੱਚ ਲਏ ਹੋਏ, ਤੇ ਗਲੀ ਦੇ ਸੜਕ ਦੇ ਸਾਈਡ ਤੇ ਹੋ ਗਈ ਵੀ ਘੋੜਿਆਂ ਨੇ ਲੰਘਣਾ, ਗਰੀਬ ਨਵਾਜ਼ ਨੇ ਲੰਘਣਾ, ਮੇਰੇ ਭਾਗਾਂ 'ਚ ਸੇਵਾ ਨਹੀਂ ਤੇ ਨਾ ਸਹੀ, ਚਲੋ ਮਹਾਰਾਜ ਦੇ ਦਰਸ਼ਨ ਹੀ ਸਹੀ। ਇੱਦਾਂ ਵਿਚਾਰੀ ਗਰੀਬਣੀ ਦਰਸ਼ਨ ਕਰ ਰਹੀ ਹੈ। ਖਰੀ ਭਵ ਤੇ ਭੋਜਨ ਲੀਨ। ਬੜੇ ਪ੍ਰੇਮ ਨਾਲ ਉਹ ਭਾਗਾਂ ਵਾਲੀ ਮਾਤਾ ਭੋਜਨ ਲੈ ਕੇ ਇੱਕ ਪਾਸੇ ਹੋ ਕੇ ਖਲੋ ਗਈ। ਗਨ ਅਸਵਾਰ ਭਜਾਵਤ ਆਵਤ। ਘੋੜਿਆਂ ਤੇ ਚੜੇ ਹੋਏ ਗੱਭਰੂ ਸਿੱਖ ਯੋਧੇ ਆਪਣੇ ਘੋੜਿਆਂ ਨੂੰ ਕੁਦਾਉਂਦੇ ਹੋਏ ਆ ਰਹੇ ਸਨ। ਮਗ ਕੀ ਧੂਰ ਉਠੀ ਤਿਸ ਬਾਰ। ਤੇ ਘੋੜਿਆਂ ਦੇ ਖੁਰਾਂ ਨਾਲ ਧਰਤੀ ਉੱਡ ਕੇ ਅਸਮਾਨ ਨੂੰ ਚੜ ਰਹੀ ਸੀ, ਧੂੜ ਉੱਡ ਰਹੀ ਸੀ ਘੋੜਿਆਂ ਦੇ ਖੁਰਾਂ ਨਾਲ। ਕਹਿ ਸਤਿਗੁਰ ਨੇ ਸਗਲ ਟਿਕਾਏ। ਜਦੋਂ ਮਹਾਰਾਜ ਸਤਿਗੁਰੂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਆਪਣੀ ਫੌਜ ਸਮੇਤ ਮਾਈ ਦੇ ਐਨ ਬਰਾਬਰ ਪਹੁੰਚੇ ਆ ਤੇ ਘੋੜੇ ਦੀਆਂ ਵਾਗਾਂ ਖਿੱਚ ਦਿੱਤੀਆਂ। ਰਹੋ ਅਟਕ ਨਹਿ ਆਓ ਅਗਾਰ। ਕਹਿੰਦੇ ਸਭ ਪਿੱਛੇ ਰੁਕ ਜਾਓ, ਕੋਈ ਅੱਗੇ ਨਾ ਆਓ। ਸਾਰਿਆਂ ਨੂੰ ਪਿੱਛੇ ਰੋਕ ਦਿੱਤਾ, ਜਿਹੜੇ ਘੋੜੇ ਦੌੜਾਈ ਆਉਂਦੇ ਸਨ ਯੋਧੇ। ਫੇਰ ਉਤ ਰੰਗ ਨਿਕਟ ਤਿਸ ਗਮਨੇ। ਤੇ ਆਪਣਾ ਘੋੜਾ ਘੁਮਾ ਕੇ, ਆਪਣੇ ਘੋੜੇ ਦੀ ਵਾਗ ਮੋੜ ਕੇ ਸੱਚੇ ਪਾਤਸ਼ਾਹ ਉਸ ਬਿਰਧ ਮਾਈ ਦੇ ਕੋਲ ਚਲੇ ਗਏ। ਅੰਤਰ ਜਾਮੀ ਕਰਿਓ ਉਚਾਰ। ਤੇ ਅੰਤਰਜਾਮੀ ਸਤਿਗੁਰੂ ਹਰਿਰਾਏ ਸਾਹਿਬ ਜੀ ਇਉਂ ਬੋਲੇ, ਹਮਕੋ ਸਦਾ ਭਈ ਤੇ ਹਮਾਈ। ਮਾਤਾ ਸਾਨੂੰ ਬੜੀ ਡਾਢੀ ਭੁੱਖ ਲੱਗੀ ਹੈ, ਸਾਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੈ। ਤਿਆਰ ਆਹਾਰ ਜੋ ਤੈ ਕਰ ਧਾਰ। ਇਹ ਮਾਈ ਜੇ ਤੇਰੇ ਹੱਥ 'ਚ ਦੋ ਪ੍ਰਸ਼ਾਦੇ ਤੂੰ ਲਈ ਬੈਠੀ ਆ, ਸਾਨੂੰ ਦੇ ਦੇ, ਅਸੀਂ ਖਾ ਲਈਏ, ਪੁਨ ਅਖੇਰ ਕੋ ਬਾਹਰ ਗਮਨ। ਫਿਰ ਅਸੀਂ ਸ਼ਿਕਾਰ ਖੇਡਣ ਜਾਵਾਂਗੇ। ਤਹਾਂ ਸ਼ੁੱਧਤ ਹੋਏ ਲਗ ਹੈ ਬਿਲੰਬ। ਉੱਥੇ ਦੂਰ ਜਾਣਾ ਹੈ, ਦੇਰ ਲੱਗਣੀ ਹੈ, ਪ੍ਰਸ਼ਾਦਾ ਹੁਣ ਅਸੀਂ ਛਕਿਆ ਕੋਈ ਨਹੀਂ, ਤੇ ਲਿਆ ਮਾਈ ਤੇਰੇ ਵਾਲੇ ਦੋ ਪ੍ਰਸ਼ਾਦੇ ਛਕ ਲਈਏ ਤੇ ਸ਼ਿਕਾਰ ਖੇਡ ਕੇ ਆ ਜਾਈਏ। ਸੁਨ ਕੇ ਹਰਖੀ ਸਦਾ ਸੋ ਬਰਖੀ। ਆਹਾ, ਇਹ ਬਾਣੀ ਗੁਰੂ ਹਰਿਰਾਏ ਸਾਹਿਬ ਜੀ ਦੀ ਰਸਨਾ ਤੋਂ ਨਿਕਲੀ, ਮਾਨੋ ਮਰੀ ਹੋਈ ਮਾਈ ਤੇ ਅੰਮ੍ਰਿਤ ਦੀ ਬਰਖਾ ਹੋ ਗਈ। ਅੰਮ੍ਰਿਤ ਵਰਗੇ ਬੋਲ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ, ਸੁਣ ਕੇ ਮਾਈ ਬਾਗੋ ਬਾਗ ਹੋ ਗਈ। ਪਰਖੀ ਪ੍ਰੀਤ ਨਹੀਂ ਲੈ ਅੰਬ। ਆਹਾ, ਕਹਿੰਦੇ ਪ੍ਰੇਮ ਦੇ ਵਿੱਚ ਮਹਾਰਾਜ ਨੇ ਉਸ ਮਾਈ ਦੇ ਹੱਥੋਂ ਪ੍ਰਸ਼ਾਦੇ ਫੜ ਲਏ। ਨਾ ਮਾਈ ਕੋਲ ਪਾਣੀ ਸੀ ਹੱਥ ਧੋਣ ਵਾਲਾ, ਤੇ ਨਾ ਗੁਰੂ ਸਾਹਿਬ ਨੇ ਹੱਥ ਧੋਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੱਥ ਨਹੀਂ ਧੋਏ, ਬਿਨਾਂ ਹੱਥ ਧੋਇਆ ਹੀ ਘੋੜੇ ਤੇ ਬੈਠੇ ਨੇ। ਹੱਥ ਵਿੱਚ ਚਮੜੇ ਦੀਆਂ ਲਗਾਮਾਂ, ਜਿਹੜੇ ਘੋੜੇ ਦੀਆਂ ਰਾਸਾਂ ਹੁੰਦੀਆਂ ਨੇ ਨਾ, ਉਹ ਜ਼ਿਆਦਾਤਰ ਚਮੜੇ ਦੀਆਂ ਹੀ ਹੁੰਦੀਆਂ ਨੇ। ਤੇ ਮਹਾਤਮਾ ਲੋਕ ਜਿਹੜੇ ਕਿਤੇ ਇਹੋ ਜਿਹੀ ਚੀਜ਼ ਨੂੰ ਹੱਥ ਲਾਉਂਦੇ, ਫਿਰ ਹੱਥ ਧੋ ਕੇ ਛਕਦੇ ਨੇ। ਕੋਈ ਵੀ ਜਗ ਸੁੱਚਮ ਤੋਂ ਬਿਨਾਂ ਲੰਗਰ ਨਹੀਂ ਛਕਦੇ। ਅੱਜ ਸੱਚੇ ਪਾਤਸ਼ਾਹ ਉਸੇ ਤਰ੍ਹਾਂ ਹੀ ਨਾ ਪੈਰਾਂ 'ਚ ਜੋੜੇ ਲਾਏ, ਨਾ ਘੋੜੇ ਤੋਂ ਥੱਲੇ ਉਤਰੇ, ਤੇ ਨਾ ਹੱਥ ਧੋਏ, ਤੇ ਪ੍ਰਸ਼ਾਦੇ ਫੜ ਕੇ ਫਟਾਫਟ ਛਕਣ ਲੱਗ ਪਏ, ਜਿਵੇਂ ਕਿੰਨੇ ਹੀ ਦਿਨਾਂ ਦੀ ਭੁੱਖ ਲੱਗੀ ਹੁੰਦੀ ਹੈ। ਹਾਂਜੀ, ਹਾਥ ਪਖਾਰਨ ਬਿਨ ਲਿਆ ਭੋਜਨ। ਹੱਥ ਨਹੀਂ ਧੋਏ ਤੇ ਪ੍ਰਸ਼ਾਦਾ ਮਾਈ ਦੇ ਹੱਥੋਂ ਫੜ ਲਿਆ। ਅਚਵਤ ਸਤਿਗੁਰ ਸਿੱਖਿਓ ਅਲੰਬ। ਤੇ ਘੋੜੇ ਤੇ ਚੜੇ ਸੱਚੇ ਪਾਤਸ਼ਾਹ, ਜਿਹੜੇ ਆਪਣੇ ਸਿੱਖਾਂ ਦਾ ਲੋਕ ਪਰਲੋਕ ਦਾ ਆਸਰਾ ਬਣਨ ਵਾਲੇ ਹਨ। ਧੰਨ ਗੁਰੂ ਹਰਿਰਾਏ ਸਾਹਿਬ ਜੀ ਉਹਨਾਂ ਦੋ ਪ੍ਰਸ਼ਾਦਿਆਂ ਨੂੰ ਬੜੇ ਸਵਾਦ ਨਾਲ ਛਕਦੇ ਹਨ। ਬੜੋ ਸਵਾਦ ਇਸ ਮਹਿ ਕਹਿ ਖਾਵਤ। ਤੇ ਕਹਿੰਦੇ ਮਾਈ ਬੜਾ ਕਮਾਲ ਦਾ ਪ੍ਰਸ਼ਾਦਾ ਬਣਾਇਆ, ਬੜਾ ਸਵਾਦੀ ਬਣਾਇਆ, ਇੰਨਾ ਆਨੰਦ ਆ ਰਿਹਾ। ਮਹਾਰਾਜ ਸਵਾਦ ਲੈ ਲੈ ਕੇ ਨਾ ਘੋੜੇ ਤੇ ਖੜੇ ਆਨੰਦ ਦੇ ਨਾਲ, ਉਹ ਮਾਈ ਥੱਲੇ ਏਦਾਂ ਹੱਥ ਜੋੜ ਕੇ ਵੇਖ ਰਹੀ ਹੈ, ਤੇ ਪਾਤਸ਼ਾਹ ਜੀ ਉਹਦੇ ਹੱਥ ਦਾ ਪ੍ਰਸ਼ਾਦਾ ਛਕੀ ਜਾਂਦੇ ਨੇ। ਕਰਹਿ ਬਲੋਕਨ ਸੈਨ ਕਦੰਬ। ਤੇ ਸਾਰੀ 2200 ਘੋੜਸਵਾਰ ਫੌਜ ਇਹ ਸੀਨ ਦੇਖ ਰਹੀ ਹੈ। ਗੁਰੂ ਦੇ ਸਿੱਖ ਘੋੜਿਆਂ ਤੇ ਖੜੇ ਪਿੱਛੇ ਦੇਖ ਰਹੇ ਨੇ ਵੀ ਇਹ ਕੀ ਕੌਤਕ ਹੈ। ਸੱਚੇ ਪਾਤਸ਼ਾਹ ਮਹਾਰਾਜ ਮਾਈ ਕੋਲੋਂ ਰੋਟੀ ਮੰਗ ਕੇ ਖਾਧੀ ਹੈ। ਬਿਰਦਾ ਅਚਵਤ ਗੁਰ ਕੋ ਪਿਖ ਕਰ। ਕਹਿੰਦੇ ਉਸ ਮਾਈ ਬਿਰਧਾ ਨੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਦਾਂ ਪ੍ਰਸ਼ਾਦਾ ਛਕਦਿਆਂ ਵੇਖਿਆ ਜਦੋਂ, ਬੇਨਤੀ ਕਰਤ ਅਨੇਕ ਪ੍ਰਕਾਰ। ਤੇ ਬੜੀ ਪ੍ਰੇਮ ਭਿੱਜੀ ਰੂਹ ਵਿੱਚੋਂ ਉਹਨੇ ਬੇਨਤੀ ਕੀਤੀ। ਇਸ ਤਰ੍ਹਾਂ ਬੇਨਤੀਆਂ ਕਰਦੀ ਹੈ, ਮੈਂ ਅਨਾਥ ਦਾਸੀ ਪ੍ਰਭ ਤੇਰੀ। ਇਹ ਸੱਚੇ ਪਾਤਸ਼ਾਹ ਮੈਂ ਅਨਾਥ ਦਾਸੀ, ਮੈਂ ਤੇਰੇ ਚਰਨਾਂ ਦੀ ਦਾਸੀ। ਮਹਾਰਾਜ ਮੇਰਾ ਕੋਈ ਨਹੀਂ ਦੁਨੀਆ ਤੇ, ਜਿਹਦਾ ਕੋਈ ਨਾ ਹੋਵੇ ਉਹਨੂੰ ਅਨਾਥ ਕਹਿੰਦੇ ਨੇ, ਤੇ ਜਿਹਦਾ ਕੋਈ ਨਾ ਹੋਵੇ ਉਹਦਾ ਗੁਰੂ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਸ ਕਾ ਨਾਹੇ ਕੋਏ ਹਾਂ ਤਿਸ ਕਾ ਪ੍ਰਭੂ ਸੋਏ ਹਾਂ।
ਮਹਾਰਾਜ ਮੈਂ ਤੇਰੇ ਚਰਨਾਂ ਦੀ ਦਾਸੀ ਹਾਂ, ਨਿਮਾਣੀ ਸਿੱਖਣੀ ਹਾਂ। ਮਮ ਸ਼ਰਧਾ ਰਾਖੀ ਇਸ ਬਾਰ। ਇਹ ਸੱਚੇ ਪਾਤਸ਼ਾਹ ਤੁਸੀਂ ਮੇਰੀ ਗਰੀਬਣੀ ਦੀ ਸ਼ਰਧਾ ਰੱਖ ਲਈ, ਲਾਜ ਰੱਖ ਲਈ ਹੈ। ਕਰਮਾ ਬਾਈ ਕਰੀ ਖੀਚਰੀ। ਆਹ ਕਰਮਾ ਬਾਈ ਨੇ ਜਿਹੜੀ ਖਿਚੜੀ ਬਣਾਈ ਸੀ ਅੱਧੀ ਕੱਚੀ ਪੱਕੀ, ਉਹ ਹੀ ਭਗਵਾਨ ਨੇ ਖਾ ਲਈ ਸੀ। ਜਿਮ ਅਚਵੀ ਤੁਮ ਰੂਪ ਮੁਰਾਰ। ਜਿਵੇਂ ਕ੍ਰਿਸ਼ਨ ਰੂਪ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਵਾਸਤੇ ਕਰਮਾ ਬਾਈ ਇੱਕ ਭਗਤਣੀ ਹੋਈ ਹੈ। ਭਗਤ ਮਾਲ ਵਿੱਚ ਕਥਾ ਉਹਦੀ ਬੜੇ ਵਿਸਥਾਰ ਨਾਲ ਆਉਂਦੀ। ਉਹਨੇ ਖਿਚੜੀ ਤਿਆਰ ਕੀਤੀ ਤੇ ਭਗਵਾਨ ਜੀ ਨੂੰ ਖਵਾਈ, ਅੱਧੀ ਕੱਚੀ ਅੱਧੀ ਪੱਕੀ ਸੀ, ਬੜੇ ਸਵਾਦ ਨਾਲ ਖਾ ਗਏ ਸਨ। ਹਾਂਜੀ। ਕਰਤ ਰਹੀ ਮੈਂ ਜਤਨ ਦੋਏ ਦਿਨ। ਹੇ ਮਹਾਰਾਜ 2 ਦਿਨ ਤੋਂ ਮੈਂ ਯਤਨਸ਼ੀਲ ਸਾਂ। ਕੱਲ ਸਾਰਾ ਦਿਨ ਮੈਂ ਮਿਹਨਤ ਕੀਤੀ ਹੈ ਤੇ 1 ਟਕਾ ਕਮਾ ਕੇ ਤੇ ਆਟਾ ਲਿਆਂਦਾ ਸੀ ਗਰੀਬਣੀ ਨੇ। ਮੇਰੇ ਕੋਲ ਕੁਛ ਨਹੀਂ ਮਹਾਰਾਜ। ਮੇਰੇ ਮਨ 'ਚ ਇਹ ਸੀ ਵੀ ਮੇਰੇ ਹੱਥ ਦਾ ਪ੍ਰਸ਼ਾਦਾ ਸਤਿਗੁਰੂ ਛਕ ਲੈਣਗੇ। ਤੁਸੀਂ ਅੰਤਰਜਾਮੀ ਹੋ ਮਹਾਰਾਜ, ਮੇਰੀ ਸ਼ਰਧਾ ਪੂਰੀ ਕਰ ਦਿੱਤੀ ਹੈ। ਤੁਮ ਹਿਤ ਆਨਿਓ ਤਿਆਰ ਆਹਾਰ। ਇਹ ਮਹਾਰਾਜ ਭੋਜਨ ਮੈਂ ਆਪ ਜੀ ਵਾਸਤੇ ਹੀ ਲੈ ਕੇ ਚੱਲੀ ਸੀ। ਪੂਰਨ ਪ੍ਰੇਮ ਕਰਿਓ ਕਰ ਕਰਨਾ। ਆਪ ਜੀ ਨੇ ਕਿਰਪਾ ਕਰਕੇ ਮੇਰੀ ਪ੍ਰੇਮ ਭਾਵਨਾ ਪੂਰਨ ਕਰ ਦਿੱਤੀ ਹੈ ਸਤਿਗੁਰੂ ਜੀ। ਦੀਨ ਬੰਧਿਆ ਤੇ ਤੁਮ ਨਾਏ। ਇਹ ਮਹਾਰਾਜ ਤੁਹਾਡਾ ਨਾਮ ਹੈ ਦੀਨਾ ਬੰਧੂ। ਗਰੀਬਾਂ ਦੇ, ਨਿਮਾਣਿਆਂ ਦੇ, ਨਿਤਾਣਿਆਂ ਦੇ, ਨਿਉਟਿਆਂ ਦੇ, ਨਿਆਸਰਿਆਂ ਦੇ ਆਸਰੇ ਤੁਸੀਂ ਹੋ। ਜਿਸ ਦਾ ਕੋਈ ਨਹੀਂ ਉਹਦੇ ਤੁਸੀਂ ਹੋ ਸੱਚੇ ਪਾਤਸ਼ਾਹ। ਗਰੀਬ ਨਵਾਜ ਹੋ ਤੁਸੀਂ। ਨਹ ਅਭਿਮਾਨੀ ਕੇ ਤੁਮ ਗਮਨ ਹੋ। ਇਹ ਮਹਾਰਾਜ ਤੁਸੀਂ ਹੰਕਾਰੀਆਂ ਦੇ ਘਰ ਨਹੀਂ ਜਾਂਦੇ, ਜਿਹੜੇ ਮਾਇਆ ਧਾਰੀ ਅੰਨੇ ਬੋਲੇ ਹਨ, ਜਿਹੜੇ ਆਪਣੀ ਮਾਇਆ ਦੇ ਹੰਕਾਰ ਵਿੱਚ ਫਿਰਦੇ ਹਨ। ਰਾਜੇ ਮਹਾਰਾਜੇ ਉਹਨਾਂ ਦੇ 36 ਪ੍ਰਕਾਰ ਦੇ ਭੋਜਨਾਂ ਵੱਲ ਨਹੀਂ ਤੁਸੀਂ ਵੇਖਦੇ। ਤੁਸੀਂ ਗਰੀਬ ਦੀਆਂ, ਭਾਈ ਲਾਲੋ ਦੇ ਕੋਧਰੇ ਦੀਆਂ ਰੋਟੀਆਂ ਖਾ ਲੈਂਦੇ ਹੋ, ਮਲਕ ਭਾਗੋ ਦੇ ਪੂੜੇ ਨਹੀਂ ਖਾਂਦੇ। ਹਾਂਜੀ। ਗਏ ਬਿਦਰ ਘਰ ਭੋਜਨ ਖਾਏ। ਇਹ ਮਹਾਰਾਜ ਜਿਵੇਂ ਕ੍ਰਿਸ਼ਨ ਰੂਪ ਦੇ ਵਿੱਚ ਆਪ ਜੀ ਨੇ ਬਿਦਰ ਦੇ ਘਰ ਦਾ ਅਲੂਣਾ ਸਾਗ ਖਾਧਾ ਸੀ। ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਜੋਧਨ ਹੋਏ ਰੁੱਖਾ, ਘਰ ਅਸਾਡਾ ਛੱਡ ਕੇ ਗੋਲੇ ਦੇ ਘਰ ਜਾਹੇ ਕੇ ਸੁੱਖਾ। ਕਹਿੰਦੇ ਭਗਵਾਨ ਕ੍ਰਿਸ਼ਨ ਜੀ ਵਕੀਲ ਬਣ ਕੇ ਪਾਂਡਵਾਂ ਤੇ ਕੌਰਵਾਂ ਦੀ ਸੁਲ੍ਹਾ ਕਰਾਉਣ ਲਈ ਆਏ ਨੇ ਤੇ ਕ੍ਰਿਸ਼ਨ ਭਗਵਾਨ ਅਜੇ ਬਾਹਰ ਚੌਂਕ ਵਿੱਚ ਹੀ ਨੇ, ਸ਼ਹਿਰ ਦੇ ਅੰਦਰ ਵੜੇ ਨੇ ਹਸਤਨਾਪੁਰ ਦੇ। ਦੁਰਜੋਧਨ ਬਾਹਰ ਨਿਕਲਿਆ ਤੇ ਉਹਨੂੰ ਚੌਂਕ ਵਿੱਚ ਕ੍ਰਿਸ਼ਨ ਜੀ ਮਿਲ ਵੀ ਗਏ। ਜੇ ਤਾਂ ਹੁੰਦਾ ਸਿਆਣਾ ਸ਼ਰਧਾਵਾਨ ਉੱਥੇ ਹੀ ਮੁੜ ਪੈਂਦਾ, ਹੱਥ ਫੜ ਕੇ ਆਓ ਮਹਾਰਾਜ ਜੀ ਆਇਆਂ ਨੂੰ, ਮੇਰੇ ਘਰ ਆਏ ਹੋ। ਹੰਕਾਰੀ ਸੀ, ਪਰਵਾਹ ਨਹੀਂ ਸੀ ਕਰਦਾ ਕਿਸੇ ਦੀ। ਮੈਂ ਵੱਡਾ ਹਾਂ, ਕ੍ਰਿਸ਼ਨ ਤੇ ਮੇਰੇ ਤੋਂ ਛੋਟਾ ਰਾਜਾ ਹੈ, ਮੈਂ ਵੱਡਾ ਰਾਜਾ ਹਾਂ। ਹੰਕਾਰੀ ਸੀ, ਕ੍ਰਿਸ਼ਨ ਜੀ ਨੂੰ ਮਿਲਿਆ ਜ਼ਰੂਰ, ਰਾਮ ਰਾਮ ਕੀਤੀ, ਪਰ ਇਹਨਾਂ ਨਹੀਂ ਆਖਿਆ ਵੀ ਘਰ ਚੱਲੋ ਆਓ ਜੀ ਆਇਆਂ ਨੂੰ। ਕਹਿੰਦਾ ਮੈਂ ਘੋੜਿਆਂ ਵੱਲ, ਤਬੇਲੇ ਵੱਲ ਜਾ ਆਇਆ ਵਾਂ ਤੇ ਫਿਰ ਆਉਣਾ, ਤੁਸੀਂ ਚੱਲੋ। ਕ੍ਰਿਸ਼ਨ ਜੀ ਸਮਝ ਗਏ ਵੀ ਇਹਦੇ ਅੰਦਰ ਭਾਵਨਾ ਕੋਈ ਨਹੀਂ। ਉੱਥੇ ਹੀ ਬਿਦਰ ਮਿਲ ਗਿਆ। ਬਿਦਰ ਭਗਵਾਨ ਕ੍ਰਿਸ਼ਨ ਜੀ ਨੂੰ ਆਪਣੇ ਘਰ ਲੈ ਗਿਆ ਤੇ ਉਹਦੇ ਘਰ ਉਹਦੀ ਘਰਵਾਲੀ ਨੇ ਜਿਹੜਾ ਸਾਗ ਬਣਾਇਆ ਉਹ ਲੂਣ ਪਾਉਣਾ ਭੁੱਲ ਗਈ ਤੇ ਉਹਦਾ ਲੂਣ ਤੋਂ ਬਿਨਾਂ ਸਾਗ। ਹੁਣ ਜਦੋਂ ਭਗਵਾਨ ਪ੍ਰਸ਼ਾਦਾ ਛਕਣ ਲੱਗੇ ਤੇ ਮਨ 'ਚ ਆਇਆ ਵੀ ਜੇ ਮੈਂ ਇਹਨਾਂ ਨੇ ਸਾਗ ਖਾ ਲਿਆ ਨਾ, ਮੇਰੇ ਤੋਂ ਬਾਅਦ ਰੋਟੀ ਖਾਣੀ ਹੈ। ਇਹਨਾਂ ਨੇ ਖਾਧਾ ਤੇ ਇਹਨਾਂ ਨੇ ਆਖਣਾ ਵੀ ਅਸੀਂ ਤਾਂ ਬੜੀ ਵੱਡੀ ਗਲਤੀ ਕਰ ਬੈਠੇ ਹਾਂ ਵੀ ਲੂਣ ਤੋਂ ਬਿਨਾਂ ਖਵਾਤਾ। ਤੇ ਇਹ ਹੀ ਕਹੀ ਗਏ ਵੀ ਬੜਾ ਸਵਾਦ ਹੈ, ਹੋਰ ਲਿਆਓ, ਹੋਰ ਲਿਆਓ, ਹੋਰ ਲਿਆਓ। ਉਹ ਜਿੰਨਾ ਕੁ ਸਾਗ ਬਣਿਆ ਸੀ ਸਾਰਾ ਚੱਟ ਕੇ, ਕੁਛ ਛੱਡਿਆ ਹੀ ਨਹੀਂ, ਉਹਨਾਂ ਨੂੰ ਪਤਾ ਹੀ ਨਾ ਲੱਗਣ ਦਿੱਤਾ। ਤੇ ਕੀਰਤਨ ਕਰਦਿਆਂ ਰਾਤ ਲੰਘ ਗਈ। ਸਵੇਰੇ ਰਾਜੇ ਦੀ ਸਭਾ ਵਿੱਚ ਜਦੋਂ ਦੂਤ ਬਣ ਕੇ ਆਏ ਤੇ ਦੁਰਜੋਧਨ ਦੂਜੇ ਪਾਸਿਓਂ ਦੀ ਹੋ ਗਿਆ। ਤੁਸੀਂ ਮੇਰੇ ਘਰ ਨਹੀਂ ਆਏ, ਹਾਲਾਂਕਿ ਲਿਆਉਣਾ ਤੇ ਉਹਦੀ ਆਪਣੀ ਡਿਊਟੀ ਸੀ ਵੀ ਤੇਰੇ ਘਰ ਹੈ, ਤੂੰ ਆਪ ਲੈ ਕੇ ਆਉਂਦਾ, ਲੈ ਕੇ ਆਇਆ ਨਹੀਂ। ਤੇ ਭਗਵਾਨ ਜੀ ਸੇਵਕ ਦੇ ਘਰ ਚਲੇ ਗਏ। ਭਾਈ ਗੁਰਦਾਸ ਜੀ ਕਥਾ ਲਿਖਦੇ ਨੇ, ਆਇਆ ਸੁਣਿਆ ਬਿਦਰ ਦੇ, ਬੋਲੇ ਦੁਰਜੋਧਨ ਹੋਏ ਰੁੱਖਾ, ਘਰ ਅਸਾਡਾ ਛੱਡ ਕੇ ਗੋਲੇ ਦੇ ਘਰ ਜਾਹੇ ਕੇ ਸੁੱਖਾ। ਭੀਸ਼ਮ ਦਰੋਣਾ ਕਰਨ ਤਜ ਸਭਾ ਸਿੰਗਾਰ ਵੱਡੇ ਮਨੁੱਖਾ। ਐਡੇ ਵੱਡੇ ਭੀਸ਼ਮ ਪਿਤਾਮਾ ਦਾ ਘਰ ਸੀ, ਦਰੋਣਾਚਾਰਿਆ ਦਾ ਘਰ ਸੀ, ਕਿਰਪਾਚਾਰਿਆ ਦਾ ਘਰ ਸੀ, ਮੇਰਾ ਘਰ ਸੀ, ਤੁਸੀਂ ਗੋਲੇ ਦੇ ਘਰ ਬਿਦਰ ਦੇ ਘਰ ਕਿਉਂ ਗਏ? ਤੇ ਭਗਵਾਨ ਜੀ ਹੱਸ ਕੇ ਹੱਸ ਬੋਲੇ। ਭਗਵਾਨ ਜੀ ਕਹਿੰਦੇ ਮੇਰੇ ਨਾ ਹੀ ਅਪਦਾ ਦੁੱਖਾ। ਕਹਿੰਦੇ ਸੁਣ ਦੁਰਜੋਧਨ, ਮੈਨੂੰ ਨਾ ਤਾਂ ਹੈ ਸੋਨੇ ਦੇ ਮਹਿਲਾਂ ਨਾਲ ਮਤਲਬ
ਤੇ ਨਾ ਮੈਨੂੰ ਕੁੱਲੀ ਨਾਲ, ਨਾ ਮੈਨੂੰ ਖੀਰ ਕੜਾਹ ਨਾਲ, ਤੇ ਨਾ ਮੈਨੂੰ ਲੂਣੇ ਸਾਗ ਨਾਲ। ਮੈਂ ਇਹਨਾਂ ਚੀਜ਼ਾਂ ਤੋਂ ਉੱਪਰ ਹਾਂ। ਭਗਵਾਨ ਜੀ ਕਹਿੰਦੇ ਨੇ ਕਿ ਭਾਉ ਜਿਵੇਹਾ ਬਿਦਰਦੇ, ਜਿਹੜੀ ਭਾਵਨਾ ਬਿਦਰਦੇ ਤੇਰੇ ਨਹੀਂ, ਉਹ ਤੇਰੇ ਮਨ 'ਚ ਹੈ ਹੀ ਨਹੀਂ। ਭਾਉ ਜਿਵੇਹਾ ਬਿਦਰਦੇ, ਉਹਦੇ ਬਰਾਬਰ ਤਾਂ ਕੀ ਹਜ਼ਾਰਵਾਂ ਹਿੱਸਾ ਵੀ ਤੇਰੇ 'ਚ ਉਹ ਭਾਵਨਾ ਕੋਈ ਨਹੀਂ। ਤੇ ਫਿਰ ਭਗਵਾਨ ਜੀ ਨੇ ਇਹ ਵੀ ਬਚਨ ਕਿਹਾ, ਖੀਰ ਸਮਾਨ ਸਾਗ ਮੈਂ ਪਾਇਆ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਰਾਜਨ ਕੌਣ ਤੁਮਾਰੇ ਆਵੈ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਏ ਭਾਵੈ। ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ। ਤੁਮਰੋ ਦੂਧ ਬਿਦਰ ਕੋ ਪਾਨੋ, ਤੇਰੇ ਦੁੱਧ ਨਾਲੋਂ ਬਿਦਰ ਦਾ ਪਾਣੀ ਚੰਗਾ ਸੀ। ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ। ਗੁਣ ਗਾਵਤ ਰਹਿਣ ਬਿਹਾਨੀ, ਕਬੀਰ ਕੋ ਠਾਕਰ ਅਨੰਦ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਉਹਨੂੰ ਕੀ ਪਤਾ ਜਾਤ ਕੀ, ਉਹਦੇ ਬਾਤੇ ਤਾਂ ਪ੍ਰੇਮ ਦੀ ਗੱਲ ਹੈ। ਉੱਥੇ ਜਾਤ ਨਹੀਂ ਪੁੱਛਦਾ, ਉਹ ਪ੍ਰੇਮ ਵੇਖਦਾ ਹੈ। ਸੋ ਅੱਜ ਮਹਾਰਾਜ ਮੇਰੀ ਗਰੀਬਣੀ ਦੀ ਤੁਸੀਂ ਸੁਣ ਲਈ ਹੈ। ਮੇਰੇ ਇਹ ਰੁੱਖੇ ਪ੍ਰਸ਼ਾਦੇ ਨਾਲ ਦਾਲ ਕੋਈ ਨਹੀਂ, ਕੋਈ ਸਬਜ਼ੀ ਕੋਈ ਨਹੀਂ, ਕੋਈ ਖੀਰ ਕੜਾਹ ਕੋਈ ਨਹੀਂ, ਸਿਰਫ ਥੋੜ੍ਹਾ ਜਿਹਾ ਘਿਓ ਤੇ ਖੰਡ ਮੈਂ ਲਿਆਈ ਹਾਂ, ਤੇ ਤੁਸੀਂ ਇਹਨੂੰ ਪ੍ਰਵਾਨ ਕਰ ਰਹੇ ਹੋ। ਮਹਾਰਾਜ ਤੁਸੀਂ ਬੜੇ ਗਰੀਬ ਨਵਾਜ ਹੋ। ਨਿਜ ਦਾਸਨ ਕੀ ਪੁਰਹੁ ਭਾਵਨਾ, ਹੇ ਮਹਾਰਾਜ ਆਪਣੇ ਦਾਸਾਂ ਦੀਆਂ ਭਾਵਨਾ ਪੂਰੀਆਂ ਕਰਦੇ ਹੋ। ਜਾਂ ਤੇ ਵਤਸਲ ਭਗਤ ਕਹਾਏ, ਆਪ ਭਗਤ ਵਤਸਲ ਹੋ। ਜਿਵੇਂ ਮਾਂ ਬੱਚੇ ਨੂੰ ਤੇ ਗਾਂ ਵੱਛੇ ਨੂੰ ਪਿਆਰ ਕਰਦੀ ਹੈ, ਭਗਵਾਨ ਆਪਣੇ ਭਗਤਾਂ ਨੂੰ ਇਦਾਂ ਪਿਆਰ ਕਰਦੇ ਹਨ। ਦੀਨ ਦਿਆਲ ਕੀ ਬਾਨ ਤੁਮਾਰੀ, ਮਹਾਰਾਜ ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਹੋ, ਇਹ ਤੁਹਾਡਾ ਸੁਭਾਅ ਹੈ। ਹਾਂਜੀ, ਹੈ ਨਿਸ਼ਚੈ ਮੇਰੋ ਇਸ ਭਾਏ। ਇਹ ਮੇਰਾ ਨਿਸ਼ਚਾ ਹੈ, ਕਿਉਂਕਿ ਗੁਰਬਾਣੀ ਪੜ੍ਹਨ ਵਾਲੀ ਸੁਣਨ ਵਾਲੀ ਸੀ। ਜਿਹੜਾ ਸਤਸੰਗ ਕਰਦਾ, ਕੀਰਤਨ ਸੁਣਦਾ, ਕਥਾ ਸੁਣਦਾ, ਬਾਣੀ ਸੁਣਦਾ, ਉਹਨੂੰ ਪਤਾ ਲੱਗ ਜਾਂਦਾ ਮੇਰਾ ਪ੍ਰਭੂ ਦੀਨ ਦਿਆਲ ਹੈ। ਜਿਹਨੇ ਕਦੀ ਕਥਾ ਕੀਰਤਨ ਬਾਣੀ ਸੁਣੀ ਕੋਈ ਨਹੀਂ, ਕਦੀ ਗੁਰਦੁਆਰੇ ਆਇਆ ਹੀ ਕੋਈ ਨਹੀਂ, ਉਹਨੂੰ ਕੀ ਪਤਾ ਲੱਗਣਾ ਵੀ ਪਰਮੇਸ਼ਰ 'ਚ ਕਿਹੜੇ ਕਿਹੜੇ ਗੁਣ ਨੇ। ਉਹ ਮਾਈ ਸਤਸੰਗਣ ਸੀ, ਕਹਿੰਦੀ ਮਹਾਰਾਜ ਇਹ ਮੈਨੂੰ ਪਤਾ ਹੈ ਵੀ ਤੁਸੀਂ ਦੀਨਾਂ ਤੇ ਦਇਆ ਕਰਨ ਵਾਲੇ ਹੋ, ਤੁਹਾਡਾ ਸੁਭਾਅ ਹੈ। ਹਾਂਜੀ, ਕ੍ਰਿਤ ਸਤਾਜਤ ਦੋਨ ਰੋਟਕਾ, ਮਹਾਰਾਜ ਗਰੀਬ ਨਵਾਜ ਨੇ ਉਸ ਘਿਓ ਤੇ ਖੰਡ ਨਾਲ ਦੋ ਜਿਹੜੀਆਂ ਰੋਟੀਆਂ ਸੀ ਮੋਟੀਆਂ ਮੋਟੀਆਂ, ਮਹਾ ਸ਼ਦਤ ਜਿਮ ਕੀਨ ਸਖਾਨ, ਕਹਿੰਦੇ ਜਿਵੇਂ ਬੜੀ ਭੁੱਖ ਲੱਗੀ ਹੋਵੇ, ਬਹੁਤ ਜ਼ਿਆਦਾ ਭੁੱਖ ਲੱਗੀ ਹੋਵੇ, ਇਦਾਂ ਬੜੇ ਸਵਾਦ ਨਾਲ ਖਾਧੀਆਂ ਹਨ। ਤ੍ਰਿਪਤ ਹੋਏ ਇਮ ਦੇ ਕਰ ਬਰਕ, ਤੇ ਸੱਚੇ ਪਾਤਸ਼ਾਹ ਰੱਜ ਕੇ ਨਾ ਪ੍ਰਸ਼ਾਦਾ ਛਾ ਕੇ ਘੋੜੇ ਦੇ ਚੜੇ ਉਸ ਮਾਈ ਵੱਲ ਮਿਹਰ ਦੀ ਦ੍ਰਿਸ਼ਟੀ ਕਰਕੇ ਵਰ ਦਿੱਤਾ ਹੈ। ਸਤਿਗੁਰ ਆਗਿਆ ਕੀਨ ਪਿਆਨ, ਜਾਂ ਮਾਈ ਨਿਹਾਲ ਹੋਈ ਹੈ। ਆਹਾ ਸਾਧ ਸੰਗਤ ਜੀ, ਜਿਹਨੂੰ ਗੁਰੂ ਕਹਿ ਦੇਵੇ ਨਿਹਾਲ 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 ਨਿਹਾਲ, ਫਿਰ ਉਹ ਨਿਹਾਲ ਨਾ ਹੋਵੇ। ਮਾਈ ਤਾਂ ਨਿਹਾਲ ਕਰਤੀ ਤੇ ਆਪਣੇ ਘੋੜੇ ਨੂੰ ਅੱਡੀ ਲਾ ਕੇ ਅੱਗੇ ਤੁਰ ਪਏ। ਸਿੱਖ ਸੇਵਕ ਸਭ ਸੂਰ ਸੰਗ ਕੇ, ਨਾਲ ਸਿੱਖ ਸੇਵਕ ਸੰਗਤ ਫੌਜਾਂ ਘੋੜ ਸਵਾਰ ਜਿੰਨੇ ਵੀ ਨਾਲ ਸਨ, ਦੇਖ ਦੇਖ ਪੇ ਬਿਸਮ ਮਹਾਨ, ਉਹ ਕੌਤਕ ਵੇਖ ਕੇ ਬੜੇ ਹੈਰਾਨ ਹੋ ਗਏ। ਉਹ ਬੜੇ ਬਿਸਮਾਦ ਵਿੱਚ ਆ ਗਏ ਵੀ ਇਹ ਅੱਜ ਕੀ ਕੌਤਕ ਵਰਤਿਆ ਹੈ। ਸ਼ੰਕ ਮਾਨ ਮਨ ਹੋਇਆ ਕਰ ਸਗਰੇ, ਉਹਨਾਂ ਦੇ ਮਨ 'ਚ ਸ਼ੰਕਾ ਪੈ ਗਿਆ। ਸਾਧ ਸੰਗਤ ਜੀ, ਗੁਰੂਆਂ ਤੱਕ ਅੱਪੜਨਾ ਤਾਂ ਬੜੀ ਦੂਰ ਹੈ, ਗੁਰੂ ਦੇ ਸਿੱਖਾਂ ਤੇ ਸਾਨੂੰ ਸ਼ੰਕਾ ਪੈ ਜਾਂਦਾ। ਗੁਰੂ ਦੀ ਤਾਂ ਗੱਲ ਬਹੁਤ ਦੂਰ ਦੀ ਹੈ। ਗੁਰੂ ਦੇ ਕੌਤਕ ਵੇਖ ਕੇ ਤਾਂ ਸਾਡੇ ਵਰਗੇ ਮਿੰਟ 'ਚ ਤਿਲਕ ਜਾਣਗੇ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਦੇ ਕੌਤਕ ਵੇਖ ਕੇ ਉਹ ਸਿੱਖ ਜਿਹੜੇ ਸੀ ਨਾ ਸ਼ੰਕੇ 'ਚ ਪੈ ਗਏ। ਮਿਲ ਕਰ ਜੋਰ ਕਰੀ ਅਰਦਾਸ, ਤੇ ਫਿਰ ਉਹਨਾਂ ਨੇ ਨਾ ਇਕੱਠੇ ਹੋ ਕੇ ਮਹਾਰਾਜ ਨੂੰ ਪੁੱਛ ਹੀ ਲਿਆ, ਅਰਦਾਸ ਕੀਤੀ, ਬੇਨਤੀ ਕੀਤੀ। ਸ਼੍ਰੀ ਸਤਿਗੁਰ ਇਸ ਬਿਰਦਾ ਢਿੱਗ ਤੇ, ਸੱਚੇ ਪਾਤਸ਼ਾਹ ਜੀ ਆਪ ਜੀ ਨੂੰ ਕੀ ਲੋੜ ਪੈ ਗਈ ਸੀ ਇਸ ਬੁੱਢੀ ਦੇ ਕੋਲ ਰੋਟੀਆਂ ਮੰਗ ਕੇ ਖਾਣ ਦੀ। ਲੈ ਆਹਾਰ ਕੀਨੇ ਮੁਖ ਗਰਾਸ, ਮਹਾਰਾਜ ਆਪ ਜੀ ਨੇ ਉਸ ਮਾਈ ਕੋਲੋਂ ਰੋਟੀਆਂ ਫੜ ਕੇ ਖਾ ਲਈਆਂ। ਪਤਾ ਨਹੀਂ ਉਹਨੇ ਇਸ਼ਨਾਨ ਕੀਤਾ ਨਹੀਂ ਕੀਤਾ, ਹੱਥ ਧੋਏ ਨਹੀਂ ਧੋਏ, ਪਤਾ ਨਹੀਂ ਰੋਟੀਆਂ ਕਾਹਦੇ ਵਾਸਤੇ ਬਣਾ ਕੇ ਲੈ ਚੱਲੀ ਸੀ। ਸੱਚੇ ਪਾਤਸ਼ਾਹ ਆਪ ਜੀ ਨੇ ਇਦਾਂ ਕਿਉਂ ਕੀਤਾ ਹੈ। ਜਲ ਸੋ ਹਾਥ ਨ ਕਰੇ ਪਖਾਰਨ, ਤੇ ਮਹਾਰਾਜ ਗਰੀਬ ਨਵਾਜ ਆਪ ਜੀ ਕਹਿ ਦਿੰਦੇ ਅਸੀਂ ਪਾਣੀ ਲੈਂਦੇ, ਹੱਥ ਤਾਂ ਧੋ ਲੈਂਦੇ। ਆਪ ਜੀ ਨੇ ਹੱਥ ਵੀ ਨਹੀਂ ਧੋਏ। ਕਰੀ ਨ ਚੂਰੀ ਨੀਰ ਨਹਿ ਪਾਸ, ਤੇ ਬਾਅਦ ਵਿੱਚ ਚੁਲਾ ਕਰਨ ਦਾ ਵੀ ਤੁਹਾਡਾ ਨਿਯਮ ਹੈ, ਤੁਸੀਂ ਚੁਲਾ ਵੀ ਨਹੀਂ ਕੀਤਾ। ਤੇ ਮਹਾਰਾਜ ਹੱਥ ਵੀ ਨਹੀਂ ਧੋਏ, ਬਾਅਦ 'ਚ ਵੀ ਨਹੀਂ ਧੋਏ, ਪਹਿਲਾਂ ਵੀ ਨਹੀਂ ਧੋਏ, ਇਦਾਂ ਹੀ ਤੁਰ ਪਏ ਹੋ ਮਹਾਰਾਜ। ਹਾਂਜੀ, ਚੜੇ ਤੋ ਰੰਗ ਪਰ ਕੀਨਸ ਅਚਵਨ, ਤੇ ਘੋੜੇ ਤੇ ਚੜੇ ਆਪ ਜੀ ਨੇ ਪ੍ਰਸ਼ਾਦਾ ਛਕਿਆ, ਪੈਰਾਂ 'ਚ ਜੋੜਾ ਵੀ ਨਹੀਂ ਲਾਇਆ। ਇਹੋ ਕਿਆ ਕਾਰਨ ਕਰੋ ਪ੍ਰਕਾਸ਼, ਛੇ ਸੱਚੇ ਪਾਤਸ਼ਾਹ ਕੀ ਕਾਰਨ ਸਾਨੂੰ ਸਮਝ ਨਹੀਂ ਆਈ।
ਆਪ ਕਿਰਪਾ ਕਰਕੇ ਸਮਝਾਓ ਵੀ ਮਰਿਆਦਾ ਦੀ ਇੰਨੀ ਵੱਡੀ ਉਲੰਘਣਾ ਕਿਉਂ ਕੀਤੀ ਹੈ। ਨਵਤਨ ਜਗਤ ਆਪਨੇ ਕੀਨਸ। ਅੱਜ ਬਿਲਕੁਲ ਨਵਾਂ ਕੰਮ ਕੀਤਾ, ਕਦੀ ਆਪਨੇ ਇਦਾਂ ਨਹੀਂ ਕੀਤਾ। ਆਪ ਜੀ ਜਦੋਂ ਵੀ ਪ੍ਰਸ਼ਾਦਾ ਛਕਦੇ ਹੋ, ਪਹਿਲਾਂ 5 ਇਸ਼ਨਾਨਾਂ ਕਰਕੇ ਜਾਂ ਇਸ਼ਨਾਨ ਕਰਕੇ ਚੌਂਕੇ 'ਚ ਬੈਠ ਕੇ ਸੁੱਚਮ ਨਾਲ ਬਣਿਆ ਹੁੰਦਾ ਪ੍ਰਸ਼ਾਦਾ ਛਕਦੇ ਹੋ। ਵਧੀਆ ਵਧੀਆ ਦਾਲਾਂ ਸਬਜ਼ੀਆਂ ਭੋਜਨਾਂ ਆਪ ਛਕਦੇ ਹੋ। ਉਸ ਤੋਂ ਬਾਅਦ ਫਿਰ ਮਹਾਰਾਜ ਜੀ ਆਪ ਹੱਥ ਧੋਂਦੇ ਹੋ, ਚੁਲਾ ਕਰਦੇ ਹੋ। ਪਰ ਅੱਜ ਆਪ ਜੀ ਨੇ ਐਸਾ ਕੁਝ ਵੀ ਨਹੀਂ ਕੀਤਾ, ਬਿਲਕੁਲ ਨਵੀਂ ਰੀਤ ਕੀਤੀ ਹੈ ਜਿਹੜੀ ਅਸੀਂ ਕਦੀ ਵੇਖੀ ਨਹੀਂ ਹੈ। ਨਹਿ ਪੂਰਬ ਹੋਈ ਇਹ ਰੀਤ। ਔਰ ਪਹਿਲੇ ਗੁਰੂਆਂ ਦੇ ਸਮੇਂ ਵੀ ਇਦਾਂ ਕਦੀ ਨਹੀਂ ਹੋਇਆ ਵੀ ਜਿੱਦਾਂ ਆਪ ਜੀ ਨੇ ਘੋੜੇ ਚੜੇ ਮਾਈ ਕੋਲੋਂ ਪ੍ਰਸ਼ਾਦੇ ਲੈ ਕੇ ਛਕੇ ਹਨ। ਸੋਚ ਸੋ ਕਰਤ ਆਹਾਰ ਆਪ ਤੁਮ। ਆਪ ਜੀ ਤਾਂ ਬੜੀ ਸੁਚਮ ਨਾਲ ਭੋਜਨ ਛਕਦੇ ਹੋ ਗੁਰੂ ਜੀ। ਅੰਤਰ ਚੌਂਕੇ ਪਰਮ ਪੁਨੀਤ। ਬੜੇ ਪਵਿੱਤਰ ਚੌਂਕੇ 'ਚ ਬੈਠ ਕੇ ਭਾਂਡੇ ਬੜੀ ਗੁਰਸਿੱਖ ਸ਼ਰਧਾ ਨਾਲ ਮਾਂਜਦੇ ਹਨ, ਇਸ਼ਨਾਨ ਕਰਦੇ ਹਨ। ਬੜੀ ਸੁਚਮ ਨਾਲ ਤੁਹਾਡਾ ਲੰਗਰ ਬਣਦਾ ਹੈ। ਉਹ ਲੰਗਰ ਆਪ ਜੀ ਭੋਗ ਲਾਉਂਦੇ ਹੋ, ਛਕਦੇ ਹੋ। ਫਿਰ ਆਪ ਜੀ ਹੱਥ ਧੋ ਕੇ ਜਾਂ 5 ਇਸ਼ਨਾਨਾਂ ਕਰਕੇ ਜਾਂ ਇਸ਼ਨਾਨ ਕਰਕੇ ਛਕਦੇ ਹੋ। ਫਿਰ ਆਪ ਜੀ ਬਾਅਦ ਵਿੱਚ ਚੁਲਾ ਕਰਦੇ ਹੋ। ਇਹ ਸਾਰੀ ਮਰਿਆਦਾ ਸਾਨੂੰ ਰੋਜ਼ ਦੇਖਣ ਨੂੰ ਮਿਲਦੀ ਹੈ। ਜਿਹੜੀ ਅੱਜ ਵੇਖੀ ਹੈ ਇਹ ਸਾਰਿਆਂ ਤੋਂ ਵੱਖਰੀ ਹੈ ਵੀ ਤੁਸੀਂ ਰਾਹ ਜਾਂਦਿਆਂ ਬਿਰਧ ਮਾਈ ਕੋਲੋਂ ਰੋਟੀਆਂ ਮੰਗ ਕੇ ਖਾਧੀਆਂ, ਹੱਥ ਵੀ ਨਹੀਂ ਧੋਏ, ਬਾਅਦ 'ਚ ਵੀ ਕੁਛ ਨਹੀਂ, ਚੁਲਾ ਵੀ ਨਹੀਂ ਕੀਤਾ, ਤੇ ਇਦਾਂ ਹੀ ਘੋੜੇ ਤੇ ਚੜ੍ਹ ਆਏ ਹੋ। ਸਭ ਕੋ ਮਨ ਸ਼ੰਕਤ ਹੈ ਪ੍ਰਭ ਜੀ। हे ਸੱਚੇ ਪਾਤਸ਼ਾਹ, ਸਾਡੇ ਸਾਰਿਆਂ ਦੇ ਮਨ 'ਚ ਸ਼ੰਕਾ ਹੈ, ਐਸਾ ਆਪ ਜੀ ਨੇ ਕਿਉਂ ਕੀਤਾ ਹੈ। ਕਰਹਿ ਵਿਚਾਰਨ ਬਿਸਮਤ ਚੀਤ। ਇਹ ਮਹਾਰਾਜ ਸਾਡਾ ਚਿੱਤ ਬੜਾ ਹੈਰਾਨ ਹੋ ਰਿਹਾ ਹੈ, ਬਿਸਮਾਦ ਵਿੱਚ ਆ ਰਿਹਾ ਹੈ। ਆਪ ਜੀ ਐਸਾ ਕਿਉਂ ਕੀਤਾ ਹੈ। ਸੁਨ ਸਭ ਤੇ ਸਤ ਗੁਰ ਮੁਸਕਾਨੇ। ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਸ਼ਕਰਾ ਪਏ। ਨਹੀਂ ਬਖਾਨੇ ਬਚਨ ਬਨੀਤ। ਕੋਈ ਬਚਨ ਜਵਾਬ ਨਹੀਂ ਦਿੱਤਾ। ਮਹਾਰਾਜ ਚੁੱਪ ਕਰ ਗਏ, ਹੱਸ ਪਏ ਤੇ ਗੁਪਤ ਹੋ ਗਏ। ਕਛੁ ਨ ਉੱਤਰ ਕਿਸ ਕੋ ਦੀਨ। ਕਿਸੇ ਨੂੰ ਕੋਈ ਜਵਾਬ ਨਹੀਂ ਦਿੱਤਾ। ਮਹਾਰਾਜ ਨੇ ਗਏ ਖੇਲਬੇ ਵਹਿਰ ਸ਼ਿਕਾਰ। ਸ਼ਿਕਾਰ ਖੇਡਣ ਬਾਹਰ ਗਏ ਹਨ। ਪਕੜਿਓ ਮਿਰਗ ਹਰਾਏ ਦੂਰ ਲੱਗੇ। ਕਿਉਂਕਿ ਮਹਾਰਾਜ ਛੇਵੇਂ ਪਾਤਸ਼ਾਹ ਸ਼ਿਕਾਰ ਖੇਡਦੇ ਸਨ ਤਾਂ ਜਾਨਵਰਾਂ ਦਾ ਸ਼ਿਕਾਰ ਕਰ ਦਿੰਦੇ ਸਨ। ਸੱਤਵੇਂ ਪਾਤਸ਼ਾਹ ਸ਼ਿਕਾਰ ਖੇਡਦੇ ਸਨ, ਇਹ ਮਾਰਦੇ ਨਹੀਂ ਸਨ, ਜਿਉਂਦਾ ਫੜ ਕੇ ਲਿਆਉਂਦੇ ਸਨ। ਸੋ ਹਿਰਨਾਂ ਨੂੰ 12 ਸਿੰਘਿਆਂ ਨੂੰ ਫੜ ਕੇ ਲਿਆਉਂਦੇ ਹਨ। ਦਾਸਨ ਦਇਓ ਰਜੂ ਗਰਡਾਰ। ਤੇ ਜਦੋਂ ਮਹਾਰਾਜ ਨੇ ਜਾ ਕੇ ਕਿਸੇ ਹਿਰਨ ਨੂੰ ਫੜਿਆ, ਸਿੱਖਾਂ ਨੇ ਰੱਸੀ ਪਾ ਕੇ ਕਾਬੂ ਕਰ ਲਿਆ। ਪੁਨ ਹਟ ਕਰ ਨਿਜ ਗ੍ਰਹਿ ਕੋ ਆਏ। ਇਦਾਂ ਸ਼ਿਕਾਰ ਖੇਡ ਕੇ ਵਾਪਸ ਆ ਗਏ। ਸੈਨ ਸਮੂਹ ਤੁਰੰਗ ਅਸਵਾਰ। ਸਾਰੀ ਫੌਜ ਸਮੇਤ, ਘੋੜਿਆਂ ਸਮੇਤ। ਮੰਗਲ ਪਏ ਆਨੰਦ ਬਿਲੰਦਾ। ਬੜੇ ਆਨੰਦ ਮੰਗਲ ਨਾਲ ਬੈਠੇ ਸਤਿਗੁਰ ਸਭਾ ਮਜਾਰ। ਦੀਵਾਨ ਲਾ ਕੇ ਬੈਠ ਗਏ ਮਹਾਰਾਜ ਸੱਚੇ ਪਾਤਸ਼ਾਹ ਜੀ। ਭਈ ਜਾਮਨੀ ਨਿਜ ਨਿਜ ਡੇਰਨ। ਜਦੋਂ ਸ਼ਾਮ ਰਹਿ ਰਾਸ ਦਾ ਪਾਠ ਹੋ ਹਟਿਆ ਤੇ ਸਾਰੇ ਆਪਣੇ ਆਪਣੇ ਡੇਰਿਆਂ ਨੂੰ ਚਲੇ ਗਏ। ਸਿੱਖ ਸੇਵਕ ਸਭ ਕੀਨ ਵਿਚਾਰ। ਆਪਣੇ ਡੇਰਿਆਂ 'ਚ ਜਾ ਕੇ, ਆਪਣੇ ਘਰਾਂ 'ਚ ਜਾ ਕੇ ਜਾਂ ਆਪਣੇ ਤੰਬੂਆਂ 'ਚ ਜਾ ਕੇ ਸਿੱਖ ਸੇਵਕ ਸਾਰੇ ਸੋਚਣ ਲੱਗੇ ਸਮੇਂ ਸ਼ਿਕਾਰ ਛੱਡਣ ਕੇ ਸਤਿਗੁਰ। ਕਿ ਗੁਰੂ ਸਾਹਿਬ ਜੀ ਜਦੋਂ ਸ਼ਿਕਾਰ ਨੂੰ ਜਾਂਦੇ ਨੇ, ਹੋਏ ਸ਼ੁੱਧਤ ਕੋ ਚਾਹਤ ਆਹਾਰ। ਇਹਨਾਂ ਦੀ ਉਮਰ ਇੱਕ ਤਾਂ ਜਵਾਨੀ ਦੀ ਹੈ, ਘੋੜੇ ਤੇ ਚੜ੍ਹਦੇ ਨੇ, ਭੁੱਖ ਲੱਗ ਜਾਂਦੀ ਹੈ। ਸਾਨੂੰ ਚਾਹੀਦਾ ਵੀ ਗੁਰੂ ਸਾਹਿਬ ਦੇ ਲਈ ਪ੍ਰਸ਼ਾਦਾ ਬਣਾ ਕੇ ਨਾਲ ਲੈ ਜਾ ਕਰੀਏ, ਤਾਂ ਕਿ ਸਾਡੇ ਹੁੰਦਿਆਂ ਸਾਡੇ ਗੁਰੂ ਨੂੰ ਕਿਸੇ ਗਰੀਬਣੀ ਕੋਲੋਂ ਰੋਟੀਆਂ ਨਾ ਮੰਗਣੀਆਂ ਪੈਣ। ਇਹ ਵਿਚਾਰੇ ਸਿੱਖਾਂ ਨੇ ਆਪਣੇ ਦਿਮਾਗ ਨਾਲ ਇਦਾਂ ਸੋਚਿਆ ਹੈ। ਹਾਂਜੀ, ਸਚ ਸੰਜਮ ਬਿਨ ਅਚਵਨ ਕੀਨਸ। ਅੱਜ ਦੇਖੋ ਨਾ, ਗੁਰੂ ਸਾਹਿਬ ਜੀ ਨੇ ਹੱਥ ਵੀ ਨਹੀਂ ਧੋਏ, ਜੋੜਾ ਵੀ ਨਹੀਂ ਲਾਇਆ, ਸੁੱਚ ਸੰਜਮ ਤੋਂ ਬਿਨਾਂ ਮਹਾਰਾਜ ਨੇ ਪ੍ਰਸ਼ਾਦਾ ਛਕਿਆ। ਮਰਿਆਦਾ ਸਾਰੀ ਟੁੱਟ ਜਾਏਗੀ। ਇਵੇਂ ਤੇ ਫਿਰ ਸਾਰੇ ਸਿੱਖ ਵੀ ਇਦਾਂ ਹੀ ਖਾਣ ਲੱਗ ਜਾਣਗੇ ਥਾਂ ਥਾਂ ਤੇ। ਫਿਰ ਕੀ ਹੋਵੇਗਾ? ਉਹ ਜਿਹੜੇ ਸਿੱਖ ਹੁੰਦੇ ਨਾ ਮਰਿਆਦਾ ਵਾਲੇ, ਉਹ ਬੜੀ ਛੇਤੀ ਡਾਂਗਾਂ ਚੁੱਕਦੇ, ਉਹਨਾਂ ਨੂੰ ਹੋਰ ਅੱਗੇ ਦਾ ਪਤਾ ਨਹੀਂ ਹੁੰਦਾ, ਤੇ ਉਹ ਫਟਾਫਟ ਇਸ ਗੱਲ ਤੇ ਤਿਆਰ ਬਰ ਤਿਆਰ ਰਹਿੰਦੇ ਆ ਵੀ ਕਿਵੇਂ ਕਾਨੂੰਨ ਦੇ ਵਿੱਚ ਸਕੰਜੇ 'ਚ ਫਸਾਉਣਾ ਅਗਲੇ ਨੂੰ। ਹਾਲਾਂਕਿ ਇਹ ਨਹੀਂ ਪਤਾ ਹੁੰਦਾ ਵੀ ਮਰਿਆਦਾ ਜਿਹੜੀ ਮੰਜ਼ਿਲ ਤੇ ਪਹੁੰਚਾਉਣ ਦੀ ਪੌੜੀ ਹੈ ਨਾ, ਉਹ ਉੱਥੇ ਪਹੁੰਚੇ ਹੁੰਦੇ ਨੇ। ਅਗਲੇ ਜਿਨ੍ਹਾਂ ਨੂੰ ਉਹ ਟੋਕਦੇ ਨੇ, ਉਹ ਤਾਂ ਉਸ ਮੰਜ਼ਿਲ ਤੇ ਪਹੁੰਚੇ ਹੁੰਦੇ ਜਿੱਥੇ ਮਰਿਆਦਾ ਪਿੱਛੇ ਰਹਿ ਜਾਂਦੀ ਹੈ। ਪਰ ਵਿਚਾਰੇ ਸਿੱਖ ਜਿੱਥੇ ਖੜੇ ਸੀ, ਉਹਨਾਂ ਨੇ ਉਸ ਹਿਸਾਬ ਨਾਲ ਸੋਚਿਆ। ਕਹਿਣ ਲੱਗੇ, ਆਪਾਂ ਸਤਿਗੁਰਾਂ ਦੇ ਵਾਸਤੇ ਪ੍ਰਸ਼ਾਦਾ ਸੁੱਚਮ ਨਾਲ ਬਣਾ ਕੇ ਲੈ ਚੱਲਿਆ ਕਰੀਏ। ਸਾਡੇ ਹੁੰਦਿਆਂ ਸਾਡਾ ਗੁਰੂ ਕਿਸੇ ਕੋਲੋਂ ਮੰਗੇ, ਬੜੀ ਸ਼ਰਮ ਵਾਲੀ ਗੱਲ ਹੈ। ਹਾਂਜੀ, ਲੈ ਬਿਰਦਾ ਤੇ ਨਿਜ ਕਰ ਧਾਰ। ਆ ਦੇਖੋ ਨਾ, ਅੱਜ ਮਾਈ ਕੋਲੋਂ ਰੋਟੀਆਂ ਮੰਗੀਆਂ, ਉਹ ਗਲੀ 'ਚ ਖੜੀ ਸੀ, ਉਹਦੇ ਕੋਲੋਂ ਰੋਟੀਆਂ ਲੈ ਕੇ ਤੇ ਫਟਾਫਟ ਖਾ ਲਈਆਂ। ਇਹਦੇ ਨਾਲ ਇੱਕ ਤਾਂ ਮਰਿਆਦਾ ਵਿਗੜਦੀ ਹੈ, ਤੇ ਇਹ ਗੁਰੂ ਸਾਹਿਬ ਦੀ ਸ਼ਾਨ ਦੇ ਖਿਲਾਫ ਹੈ। ਹਾਂਜੀ,
ਇਮ ਚਿਤਵਨ ਕਰ ਅਗਲੇ ਦਿਨ ਮਹਿ। ਇਸ ਤਰ੍ਹਾਂ ਚਿਤਵਨੀ ਕਰਕੇ ਅਗਲੇ ਦਿਨ ਸਿੱਖਾਂ ਨੇ, ਕਿਉਂਕਿ ਮਹਾਰਾਜ ਰੋਜ਼ ਸ਼ਿਕਾਰ ਨੂੰ ਜਾਣਾ ਹੁੰਦਾ ਸੀਗਾ, ਉਹ ਟਾਈਮ ਤੋਂ ਪਹਿਲਾਂ ਪਹਿਲਾਂ ਲੰਗਰਾਂ ਦੀਆਂ ਤਿਆਰੀਆਂ ਕਰ ਲਈਆਂ। ਸਿੱਖਿਅਨ ਕਰਿਓ ਅਸਨ ਕੋ ਤਿਆਰ। ਸਿੱਖਾਂ ਨੇ ਵੈਸੇ ਤਾਂ ਜਿਹੜਾ ਲੰਗਰ ਰੋਜ਼ ਪੱਕਦਾ ਸੀ ਉਹ ਤਾਂ ਪੱਕਿਆ ਹੀ, ਨਾਲ ਵਾਸਤੇ ਸਪੈਸ਼ਲ ਲੰਗਰ ਤਿਆਰ ਕੀਤਾ। ਚੜੇ ਅਖੇਰ ਪੰਥ ਮੈਂ ਗਮਨੇ। ਜਦੋਂ ਗੁਰੂ ਸਾਹਿਬ ਦੁਪਹਿਰ ਨੂੰ ਸ਼ਿਕਾਰ ਚੜੇ, ਤਬ ਸੇਵਕ ਹੋਇ ਕਰ ਅਗਵਾਏ। ਉਹ ਜਿਹੜੇ ਸੇਵਾਦਾਰ ਸੀਗੇ, ਉਹ ਜਦੋਂ 2 ਮੀਲ ਮਹਾਰਾਜ ਗਏ ਅੱਗੇ, ਤੇ ਮਹਾਰਾਜ ਦੇ ਘੋੜੇ ਨੂੰ ਅੱਗੋਂ ਦੀ ਰੋਕ ਕੇ ਕਹਿਣ ਲੱਗੇ, ਕਰ ਤਰ ਅਸਨ ਬਿਨੈ ਬਹੁਠਾਨੀ। ਕਿਸੇ ਨੇ ਥਾਲ ਫੜਿਆ, ਕਿਸੇ ਨੇ ਪਾਣੀ ਦਾ ਗੜਵਾ ਫੜਿਆ, ਕਿਸੇ ਨੇ ਦਾਲਾਂ, ਕਿਸੇ ਨੇ ਸੰਜੀਵ, ਸਾਰਾ ਕੁਝ ਲੈ ਕੇ ਆਏ ਸੀ। ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਲੰਗਰ ਛਕੋ। ਪ੍ਰਭ ਜੀ ਲੀਜੈ ਭੋਜਨ ਖਾਨ। ਸੱਚੇ ਪਾਤਸ਼ਾਹ ਜੀ ਭੋਜਨ ਤਿਆਰ ਹੈ, ਲਓ ਛਕੋ। ਹੋਏ ਆਪ ਕੋ ਸਦਾ ਸਮੈ ਇਸ। ਕਿਉਂਕਿ ਇਸ ਵੇਲੇ ਆਪ ਜੀ ਨੂੰ ਭੁੱਖ ਲੱਗ ਜਾਂਦੀ ਹੈ। ਜਾਂ ਤੇ ਹਮ ਆਨਿਓ ਕਰ ਪਾਏ। ਇਸ ਕਰਕੇ ਅਸੀਂ ਬੜੇ ਪ੍ਰੇਮ ਨਾਲ ਇਹ ਲੰਗਰ ਬਣਾ ਕੇ ਲਿਆਏ ਆ। ਮਧੁਰ ਸਲਵਨ ਅਨੇਕ ਪ੍ਰਕਾਰ। ਮਹਾਰਾਜ ਖੀਰ ਵੀ ਹੈ, ਕੜਾਹ ਵੀ ਹੈ, ਦਾਲ ਵੀ ਹੈ, ਸਬਜ਼ੀ ਵੀ ਹੈ, ਮਿੱਠਾ ਸਲੂਣਾ ਸਾਰਾ ਕੁਝ ਹੈ। ਰਚ ਸੋ ਅਚਹ ਹੋ ਤਿਰ ਆ- ਆਪ ਜੀ ਰੁਚੀ ਨਾਲ ਪ੍ਰੇਮ ਨਾਲ ਛਕੋ ਪਾਤਸ਼ਾਹ ਜੀ। ਸੁਨ ਸਤ ਗੁਰ ਹਰ ਰਾਏ ਬਖਾਨਿਓ। ਗੁਰੂ ਹਰ ਰਾਏ ਸਾਹਿਬ ਸਿੱਖਾਂ ਦੀ ਇਹ ਗੱਲ ਵੇਖ ਕੇ, ਹਰਕਤ ਵੇਖ ਕੇ ਥੋੜਾ ਜਿਹਾ ਹੈਰਾਨ ਜੇ ਹੋ ਕੇ ਬੋਲੇ, ਬੇਮਰਜਾਦ ਬਨਾਏ ਆਹਾਰ। ਕਹਿੰਦੇ ਇਹ ਕਿਹੜੀ ਮਰਜ਼ਾਦਾ ਹੈ, ਇੰਨੀ ਵੱਡੀ ਬੇਮਰਜ਼ਾਦਾ ਕਰ ਰਹੇ ਹੋ। ਬੇਮਰਜ਼ਾਦ ਬਣਾਏ ਆਹਾਰ, ਮਰਿਆਦਾ ਦਾ ਖਿਆਲ ਰੱਖੀਦਾ। ਤੁਹਾਨੂੰ ਮਰਿਆਦਾ ਦਾ ਪਤਾ ਨਹੀਂ ਕੀ ਹੈ, ਲੰਗਰ ਛਕਣ ਦੀ ਕੀ ਮਰਿਆਦਾ ਹੁੰਦੀ ਹੈ। ਹਾਂਜੀ, ਚੜੇ ਜਾਤ ਅਬ ਕੋਰੇ ਉਪਰ। ਅਸੀਂ ਹੁਣ ਘੋੜੇ ਤੇ ਚੜੇ ਜਾ ਰਹੇ ਹਾਂ। ਘੋੜੇ ਤੇ ਚੜਿਆ ਕਦੀ ਖਾਈਦਾ ਹੁੰਦਾ, ਘੋੜੇ ਤੇ ਚੜਿਆ ਕਦੀ ਪ੍ਰਸ਼ਾਦੇ ਛਕੀਦੇ ਨੇ। ਇਹ ਕਿਹੜਾ ਤਰੀਕਾ ਤੁਸੀਂ ਸਾਡਾ ਘੋੜਾ ਘੇਰ ਕੇ ਕਹਿ ਰਹੇ ਹੋ ਛਕੋ। ਹਾਂਜੀ, ਕੌਣ ਸਮੋਤਮ ਕਰਿਓ ਵਿਚਾਰ। ਇਹ ਤੁਸੀਂ ਲੰਗਰ ਦਾ ਸਾਡਾ ਕਿਹੜਾ ਟਾਈਮ ਸੋਚਿਆ? ਅਸੀਂ ਕਦੀ ਇਦਾਂ ਲੰਗਰ ਛਕਿਆ ਜਿਵੇਂ ਤੁਸੀਂ ਅੱਜ ਸਾਨੂੰ ਛਕਾਉਣ ਲੱਗੇ ਹੋ, ਨਵਾਂ ਹੀ ਕੰਮ ਸ਼ੁਰੂ ਕਰਨ ਲੱਗੇ ਹੋ। ਸਚਤੇ ਹੋਏ ਪੁਨੀਤ ਅਸਨ ਜਬ। ਸੁੱਚਮ ਨਾਲ ਬਣਿਆ ਹੋਵੇ, ਪਵਿੱਤਰ ਹੋਵੇ, ਅਸੀਂ ਵੀ ਇਸ਼ਨਾਨ ਕੀਤਾ ਹੋਵੇ, 5 ਇਸ਼ਨਾਨਾਂ ਘੱਟੋ ਘੱਟ ਕੀਤਾ, ਫਿਰ ਅਸੀਂ ਪ੍ਰਸ਼ਾਦਾ ਛਕਦੇ ਹਾਂ। ਹਾਂਜੀ, ਉਚਿਤ ਅਚਨਕੇ ਤਬ ਨਿਰਧਾਰ। ਉਸ ਵੇਲੇ ਛਕਣ ਦੀ ਮਰਜ਼ਾਦਾ ਹੈ। ਸੁੱਚਮ ਨਾਲ ਲੰਗਰ ਬਣਦਾ। ਲੰਗਰ ਕੋਈ ਐਵੇਂ ਰਾਹ ਜਾਂਦਿਆਂ ਨਹੀਂ ਛਕੀਦਾ ਹੁੰਦਾ। ਅਬ ਕੈਸੇ ਇਹ ਖਾਏ ਤ੍ਰਿਪਤ ਹੈ। ਹੁਣ ਅਸੀਂ ਕਿਵੇਂ ਖਾਈਏ ਇਹਨੂੰ? ਇੱਥੇ ਕਿਵੇਂ ਖਾਈਏ? ਅਸੀਂ ਬਾਹਰ ਜੰਗਲ ਦੇ ਵਿੱਚ ਪ੍ਰਸ਼ਾਦਾ ਕਿਵੇਂ ਛਕੀਏ? ਇਸ ਵੇਲੇ ਸਾਨੂੰ ਭੁੱਖ ਵੀ ਕੋਈ ਨਹੀਂ ਤੇ ਅਸੀਂ ਛਕਣਾ ਵੀ ਨਹੀਂ। ਹਾਂਜੀ, ਮਾਰਗ ਮੈਂ ਗਮਨਤ ਇਸ ਬਾਰ। ਅਸੀਂ ਤਾਂ ਸ਼ਿਕਾਰ ਖੇਡਣ ਚੱਲੇ ਆ, ਰਾਹ ਜਾ ਰਹੇ ਆ, ਰਾਹ ਜਾਂਦਿਆਂ ਥੋੜਾ ਖਾਈਦਾ। ਸਾਧ ਸੰਗਤ ਜੀ, ਪੁਰਾਤਨ ਸਿੰਘਾਂ ਦੀਆਂ ਬੜੀਆਂ ਮਰਜ਼ਾਦਾ ਸਨ ਸਖਤ। ਹੁਣ ਤਾਂ ਕਿਸੇ ਨੂੰ ਪਤਾ ਹੀ ਨਹੀਂ, ਰਾਹ ਤੁਰੇ ਜਾਂਦੇ ਖਾਈ। ਆਪਾਂ ਵੀ ਖਾਈ ਜਾਂਦੇ ਕਈ ਵਾਰੀ। ਨਹੀਂ, ਬੈਠ ਕੇ ਛਕੋ, ਹੱਥ ਧੋ ਕੇ ਛਕੋ, ਸੁੱਚਮ ਨਾਲ ਛਕੋ। ਇਹ ਚੀਜ਼ਾਂ ਸਾਡੀ ਸਿਹਤ ਵਾਸਤੇ ਵੀ, ਸਾਡੀ ਮਰਜ਼ਾਦਾ ਵਾਸਤੇ ਵੀ, ਸਾਨੂੰ ਸਮਾਜਿਕ ਤੌਰ ਤੇ ਦਿਖਣ ਵਿੱਚ ਵੀ, ਦੂਜਿਆਂ ਨੂੰ ਵੀ ਮਾੜਾ ਲੱਗਦਾ। ਕੋਈ ਖਾਈ ਜਾਵੇ, ਮੂੰਹ 'ਚੋਂ ਗੱਲਾਂ ਕਰੀ ਜਾਵੇ, ਚੰਗਾ ਨਹੀਂ। ਮਰਜ਼ਾਦਾ ਨਾਲ ਬਹਿ ਕੇ ਛਕੋ। ਤੇ ਪਰ ਗੁਰੂ ਸਾਹਿਬ ਕਹਿੰਦੇ ਇਹ ਕਿਹੜੀ ਮਰਜ਼ਾਦਾ? ਘੋੜੇ ਤੇ ਤੁਰੇ ਜਾਂਦੇ, ਛਕੀਏ ਅਸੀਂ ਕਿਵੇਂ ਛਕੀਏ? ਹਾਂਜੀ, ਹਾਥ ਜੋਰ ਸਿੱਖ ਸੰਗਤ ਸਗਰੇ। ਉਹ ਸਾਰੇ ਸਿੱਖਾਂ ਨੇ ਹੱਥ ਜੋੜ ਲਏ। ਸ਼ੰਕਤ ਪ੍ਰਥਮ ਕੀਨ ਅਰਦਾਸ। ਕਹਿੰਦੇ ਸ਼ੰਕਾ ਸੀ ਨਾ ਜਿਹੜਾ ਮਨ ਦਾ, ਉਹ ਫਿਰ ਦੁਬਾਰਾ ਦੁਹਰਾਇਆ। ਹਾਂਜੀ, ਬਿਰਦਾ ਤੇ ਤੁਮ ਲੀਨਸ ਭੋਜਨ। ਮਹਾਰਾਜ ਜੀ ਕੱਲ ਕਿੱਥੇ ਗਈ ਸੀ ਮਰਿਆਦਾ? ਜਦੋਂ ਆਪ ਜੀ ਨੇ ਬੁੱਢੀ ਮਾਈ ਕੋਲੋਂ 2 ਰੋਟੀਆਂ ਮੰਗ ਕੇ ਖਾਧੀਆਂ ਸਨ। ਤਬ ਤੋ ਨਹੀਂ ਹੋ ਤੋ ਜਲ ਪਾਸ। ਉਸ ਵੇਲੇ ਤਾਂ ਮਹਾਰਾਜ ਹੱਥ ਧੋਣ ਵਾਸਤੇ ਪਾਣੀ ਕੋਲ ਨਹੀਂ ਸੀ। ਅੱਜ ਤਾਂ ਅਸੀਂ ਗੜਵਾ ਜਲ ਦਾ ਸੁੱਚਾ ਲੈ ਕੇ ਆਏ ਹਾਂ ਵੀ ਆਪ ਜੀ ਤੋਂ ਪਹਿਲਾਂ ਹੱਥ ਧੋਣੇ ਆ, ਫਿਰ ਥਾਲ ਵਿੱਚ ਤੁਹਾਡੇ ਅੱਗੇ ਪ੍ਰਸ਼ਾਦਾ ਪਰੋਸਿਆ। ਪਰ ਇਹਨੂੰ ਆਪ ਜੀ ਕਹਿ ਰਹੇ ਹੋ ਬੇਮਰਜ਼ਾਦਾ। ਤੇ ਕੱਲ ਆਪ ਜੀ ਨੇ ਕੋਈ ਮਰਿਆਦਾ ਨਹੀਂ ਵੇਖੀ, ਕੋਈ ਹੱਥ ਨਹੀਂ ਧੋਏ। ਪਤਾ ਨਹੀਂ ਉਸ ਮਾਈ ਨੇ ਵੀ ਹੱਥ ਧੋਏ ਸੀ ਕਿ ਨਹੀਂ। ਉਹ ਬੜੀ ਗਰੀਬਣੀ ਜੀ ਦਿਸਦੀ ਸੀ। ਗਰੀਬ ਲੋਕ ਵਿਚਾਰੇ, ਉਹਨਾਂ ਨੂੰ ਕਿੱਥੇ ਫੁਰਸਤਾਂ ਹੁੰਦੀਆਂ ਨੇ ਸੁੱਚਮ ਰੱਖਣ ਦੀਆਂ। ਤੁਸੀਂ ਉਹਦੇ ਹੱਥੋਂ ਲੈ ਕੇ ਫਟਾਫਟ ਖਾ ਲਿਆ। ਹਾਂਜੀ, ਚੜੇ ਤੋ ਰੰਗ ਮਹਾ ਰੁਚ ਤੇ ਅਚ। ਤੇ ਘੋੜੇ ਤੇ ਚੜੇ ਚੜੇ ਬੜੇ ਸਵਾਦ ਨਾਲ ਤੁਸੀਂ ਪ੍ਰਸ਼ਾਦਾ ਛਕਿਆ ਗੁਰੂ ਜੀ ਕੱਲ। ਕਰੀ ਨ ਚਰੀ ਹੇਰ ਹਮਤਾਸ। ਤੇ ਨਾ ਤੁਸੀਂ ਪਹਿਲਾਂ ਹੱਥ ਧੋਏ, ਨਾ ਤੁਸੀਂ ਬਾਅਦ ਚ ਹੱਥ ਧੋਏ। ਤੇ ਸੱਚੇ ਪਾਤਸ਼ਾਹ ਆਪ ਜੀ ਨੇ ਚੁਲੀ ਵੀ ਨਹੀਂ ਕੀਤੀ। ਜਾਨੀ ਸ਼ਦਾ ਹੋਏ ਹੈ ਇਸ ਛਿਨ। ਅਸੀਂ ਸੋਚਿਆ ਵੀ ਜਿਹੜਾ ਕੱਲ ਇੰਨੀ ਬੇਸਬਰੀ ਨਾਲ ਮਾਈ ਨੂੰ ਕਿਹਾ ਸੀ, ਮਾਈ ਭੁੱਖ ਲੱਗੀ ਰੋਟੀ ਦੇ, ਉਹ ਭੁੱਖ ਲੱਗਦੀ ਹੋਣੀ ਹੈ।
ਕਿਉਂਕਿ ਆਪ ਜੀ ਨੇ ਕਿਹਾ ਸੀ ਮੈਨੂੰ ਭੁੱਖ ਲੱਗੀ ਹੈ, ਤੇ ਸੱਚੇ ਪਾਤਸ਼ਾਹ ਜੇ ਭੁੱਖ ਲੱਗਦੀ ਹੈ ਤਾਂ ਹੀ ਅਸੀਂ ਤੁਹਾਡੇ ਲਈ ਅੱਜ ਵੀ ਪ੍ਰਸ਼ਾਦਾ ਲਿਆਏ ਆ। ਕਰਿਓ ਤਿਆਰ ਔਰ ਤਾਰੋ ਹਲਾਸ। ਅਸੀਂ ਇਹ ਸੋਚ ਕੇ ਵੀ ਸਤਿਗੁਰੂ ਜੀ ਦੀ ਉਮਰ ਚੜ੍ਹਦੀ ਹੈ, ਘੋੜੇ ਤੇ ਚੜ੍ਹੇ ਹੋਏ ਨੇ, ਭੁੱਖ ਛੇਤੀ ਲੱਗ ਜਾਂਦੀ ਹੈ, ਇਸ ਕਰਕੇ ਲਿਆਂਦਾ ਹੈ। ਸੋ ਕਿਮ ਅਚਿਓ ਰਚਿਓ ਚਿਤ ਉਚਤੈ। ਮਹਾਰਾਜ ਉਹ ਆਪ ਜੀ ਨੇ ਬੜੇ ਸਵਾਦ ਨਾਲ ਛਕੇ 2 ਪਰੌਂਠੇ ਮਾਈ ਦੇ ਰੁੱਖੇ ਮਿਸੇ, ਤੇ ਸਾਡੇ ਇੰਨੇ ਵਧੀਆ ਸਵਾਦੀ ਭੋਜਨ ਨੂੰ ਬੇਮਰਜ਼ਾਦ ਕਹਿ ਰਹੇ ਹੋ। ਇਹ ਕਿਉਂ ਨਹਿ ਅਚਬਹੁ ਹਿਤ ਧਾਰ। ਇਹਨੂੰ ਫਿਰ ਕਿਉਂ ਨਹੀਂ ਛਕਦੇ ਜੇ ਕੱਲ ਮਾਈ ਤੋਂ ਲੈ ਕੇ ਛਕ ਲਏ ਸੀ। ਇਹ ਸ਼ੰਕਾ ਹੈ ਸਭ ਕੇ ਮਨ ਇਹ ਮਹਿ। ਸਾਡੇ ਸਾਰਿਆਂ ਦੇ ਮਨ ਦਾ ਸ਼ੰਕਾ ਹੈ। ਜਿੰਨੀ ਆਪ ਜੀ ਦੀ ਫੌਜ ਹੈ, ਜਿੰਨੇ ਆਪ ਜੀ ਦੇ ਸਿੱਖ ਨੇ, ਜਿੰਨੀਆਂ ਸੰਗਤਾਂ ਨੇ, ਸਾਰੀਆਂ ਇਸ ਗੱਲ ਨੂੰ ਸੋਚ ਰਹੀਆਂ ਨੇ ਵੀ ਆਪ ਜੀ ਨੇ ਕੱਲ ਮਾਈ ਤੋਂ ਰੋਟੀ ਲੈ ਕੇ ਖਾਧੀ, ਨਾ ਹੱਥ ਧੋਤੇ ਨਾ ਚੁਲਾ ਕੀਤਾ। ਉੱਤਰ ਦੀਜਹਿ ਕਰੋ ਉਚਾਰ। ਆਪ ਜੀ ਮਹਾਰਾਜ ਸਾਡੇ ਸਵਾਲ ਦਾ ਉੱਤਰ ਦਿਓ, ਜਵਾਬ ਦਿਓ, ਤਾਂ ਕਿ ਸਾਡਾ ਸ਼ੰਕਾ ਦੂਰ ਹੋਵੇ, ਹਮਰੇ ਚਿਤ ਸ਼ਾਂਤੀ ਹੋਏ ਤਬ ਹੀ। ਤਾਂ ਸਾਡੇ ਚਿੱਤ ਨੂੰ ਸ਼ਾਂਤੀ ਆਵੇਗੀ। ਮਹਾਰਾਜ ਜੀ ਜੇ ਸਾਡਾ ਸ਼ੰਕਾ ਦੂਰ ਕਰੋਗੇ, ਨਾ ਹੀ ਤਾਂ ਕੁਛ ਕੁਛ ਕਰਹਿ ਵਿਚਾਰ। ਨਹੀਂ ਤਾਂ ਇਹ ਸ਼ੰਕੇ ਚੱਲਦੇ ਹੀ ਰਹਿਣਗੇ, ਵਿਚਾਰਾਂ ਚੱਲਦੀਆਂ ਰਹਿਣਗੀਆਂ, ਸਿੱਖ ਸੋਚਦੇ ਰਹਿਣਗੇ ਇਦਾਂ, ਕਿੰਨੇ ਦਿਨ ਇਹ ਗੱਲ ਮੁੱਕਣੀ ਨਹੀਂ, ਚਰਚਾ ਦਾ ਵਿਸ਼ਾ ਬਣੀ ਰਹੇਗੀ। ਜਨ ਹੋ ਦਾਸ ਪ੍ਰਕਾਸ਼ ਹੋ ਆਸ਼ਾ। ਸਾਨੂੰ ਆਪਣੇ ਸੇਵਕ ਸਮਝ ਕੇ ਆਪਣਾ ਆਸ਼ਾ ਸਮਝਾ ਦਿਓ ਸਤਿਗੁਰੂ ਜੀ, ਸਭ ਕੇ ਹਿਰਦੇ ਹੋਏ ਨਿਰਧਾਰ। ਸਾਰਿਆਂ ਦੇ ਹਿਰਦੇ 'ਚ ਨਿਰਣਾ ਹੋ ਜਾਵੇ। ਸ਼੍ਰੀ ਹਰਿ ਰਾਏ ਭਨਿਓ ਸੁਨ ਸਿੱਖ। ਸਤਿਗੁਰੂ ਹਰਾਏ ਸਾਹਿਬ ਜੀ ਮਹਾਰਾਜ ਸਿੱਖਾਂ ਦਾ ਸਵਾਲ ਸੁਣ ਕੇ ਕਹਿਣ ਲੱਗੇ, ਸੁਣੋ ਫਿਰ ਸਿੱਖੋ। ਬਿਰਦਾ ਕਰਿਓ ਪਨੀਤ ਆਹਾਰ। ਉਹ ਮਾਈ ਨੇ ਸੁੱਚਮ ਨਾਲ ਬਣਾਇਆ ਸੀਗਾ। ਉੱਥੇ ਸੁੱਚਮ ਜਿਹੜੀ ਸੀ ਨਾ, ਉਹ ਤੁਹਾਡੇ ਵਰਗੀ ਨਹੀਂ ਸੀ। ਉਹ ਸੁੱਚਮ ਹਿਰਦੇ ਦੀ ਸੁੱਚਮ ਸੀ, ਉਹ ਦਿਲ ਦੀ ਸੁੱਚਮ ਸੀ, ਉਹ ਰੂਹ ਦੀ ਸੁੱਚਮ ਸੀ, ਆਤਮਾ ਦੀ ਸੁੱਚਮ ਸੀ, ਜਿਸ ਦੇ ਨਾਲ ਉਹ ਲੰਗਰ ਸੁੱਚਾ ਬਣਿਆ ਸੀ। ਮਨ ਸਦ ਭਗਤ ਭਾਏ ਸੰਜਗਤੈ। ਉਹ ਮਨ ਸ਼ੁੱਧ ਸੀਗਾ ਤੇ ਭਗਤੀ ਨਾਲ ਸ਼ੁੱਧ ਹੋਇਆ ਸੀ। ਪ੍ਰੇਮ ਨਾਲ ਮਨ ਸ਼ੁੱਧ ਹੁੰਦਾ। ਬਾਟੇ ਤਾਂ ਮਾਂਜੇ ਜਾਂਦੇ ਰੇਤੇ ਨਾਲ, ਸੁਆਹ ਨਾਲ, ਪਰ ਮਨ ਮਾਂਜਿਆ ਜਾਂਦਾ ਹੈ ਪ੍ਰੇਮਾ ਭਗਤੀ ਨਾਲ। ਉਹਦਾ ਮਨ ਮਾਂਜਿਆ ਗਿਆ ਸੀ। ਨਿਮਰ ਭੂਤ ਔਰ ਪ੍ਰੀਤੀ ਧਾਰ। ਹਾਂ, ਉਹ ਮਾਤਾ ਨਿਮਰਤਾ ਦੀ ਪੁੰਜ ਸੀ। ਪ੍ਰੇਮ ਦੇ ਨਾਲ ਬੜੀ ਮਿਹਨਤ ਕਰਕੇ ਰੁੱਖੀ ਮਿੱਸੀ 2 ਰੋਟੀਆਂ ਬਣਾ ਕੇ ਲਿਆਈ ਸੀ। ਪਤਾ ਨਹੀਂ ਕਿੰਨੀ ਮਿਹਨਤ ਦੇ ਨਾਲ, ਕਿੰਨੀ ਸ਼ਰਧਾ ਨਾਲ ਉਹਨੇ 2 ਪ੍ਰਸ਼ਾਦੇ ਰੁੱਖੇ ਤਿਆਰ ਕੀਤੇ ਸਨ। ਕਰ ਮਿਹਨਤ ਨਿਜ ਕਰਕੇ ਹਿਤ ਕਰ। ਉਹਨੇ ਬੜੀ ਮਿਹਨਤ ਕਰਕੇ, ਸਾਰੀ ਦਿਨ ਮਿਹਨਤ ਕਰਕੇ ਇੱਕ ਟਕਾ ਕਮਾਇਆ। ਉਸ ਟਕੇ ਦੇ ਨਾਲ ਆਟਾ ਖਰੀਦਿਆ, ਥੋੜਾ ਘਿਓ ਖੰਡ ਪਾ ਕੇ ਸਾਡੇ ਲਈ 2 ਪ੍ਰਸ਼ਾਦੇ ਲਿਆਈ। ਸਗਰੇ ਦਿਵਸ ਵਿਖੈ ਸ਼ਬਕਾਰ। ਸਾਰੇ ਦਿਨ ਦੀ ਮਿਹਨਤ ਸੀ ਉਹਦੀ, ਘਾਲਣਾ ਸੀ ਉਹਦੀ, ਤੇ ਕਿੰਨੇ ਮਹੀਨਿਆਂ ਤੇ ਕਿੰਨੇ ਸਾਲਾਂ ਦੀ ਉਹਦੀ ਸ਼ਰਧਾ ਸੀ। ਤਿਸ ਤੇ ਅਨ ਮੋਲ ਕਰ ਆਨਿਓ। ਉਸ ਮਾਈ ਨੇ ਉਸ ਟਕੇ ਨਾਲ ਮੁੱਲ ਅੰਨ ਲਿਆਂਦਾ ਸੀ। ਅਤ ਪਵਿੱਤਰ ਹੋਏ ਸਭ ਕਰ ਔਰ ਕਾਰ। ਸਿਰਫ 2 ਰੋਟੀਆਂ ਦਾ ਹੀ ਆਟਾ ਖਰੀਦ ਸਕੀ ਸੀ। ਉਹ ਆਪਣੇ ਜੋਗੇ ਨਹੀਂ ਸੀ ਉਹ ਬਣਾ ਸਕੀ, ਸਿਰਫ ਸਾਡੇ ਲਈ ਉਹ 2 ਰੋਟੀਆਂ ਦਾ ਆਟਾ ਖਰੀਦ ਕੇ ਲਿਆਈ ਸੀ। ਨਹਿ ਖੈਬੇ ਕਹੋ ਲਾਲਚ ਹਮਰੇ। ਭਾਈ ਸਿੱਖੋ, ਅਸੀਂ ਖਾਣ ਦੇ ਲਾਲਚੀ ਨਹੀਂ ਹਾਂ। ਸਾਨੂੰ ਖਾਣ ਦਾ ਲਾਲਚ ਨਹੀਂ ਹੈ। ਅਸੀਂ ਇਹਨਾਂ ਖਾਣ ਪੀਣ ਤੋਂ, ਸੰਸਾਰ ਦੇ ਸੁੱਖਾਂ ਤੋਂ ਪਰੇ ਹਾਂ। ਹਾਂਜੀ, ਹੇਰਾ ਪ੍ਰੇਮ ਜਹਾਂ ਅਧਿਕਾਏ। ਅਸੀਂ ਸਿਰਫ ਸਿੱਖ ਦਾ ਪ੍ਰੇਮ ਦੇਖਦੇ ਹਾਂ। ਜਿੱਥੇ ਪ੍ਰੇਮ ਹੁੰਦਾ ਉੱਥੇ ਅਸੀਂ ਨੇਮ ਨਹੀਂ ਰੱਖਦੇ। ਪ੍ਰੇਮ ਤਹਾਂ ਨੇਮ ਕੈਸੋ, ਸੁੰਦਰ ਕਹਿਤ ਯਹ ਪ੍ਰੇਮ ਹੀ ਕੀ ਬਾਤ ਹੈ। ਜਿੱਥੇ ਪ੍ਰੇਮ ਹੁੰਦਾ ਉੱਥੇ ਨੇਮ ਨਹੀਂ ਰਹਿੰਦੇ। ਹਾਂਜੀ, ਪ੍ਰੇਮ ਭਗਤ ਤੇ ਸਵਾਦ ਹੋਏ ਮੁਝ। ਆਹਾ, ਮਹਾਰਾਜ ਕਹਿੰਦੇ ਪ੍ਰੇਮਾ ਭਗਤੀ ਤੋਂ ਮੈਨੂੰ ਹਰ ਚੀਜ਼ ਸਵਾਦ ਲੱਗਦੀ ਹੈ। ਅਚਾ ਪਹੁੰਚ ਕੇ ਹੋਏ ਜਿਸ ਥਾਂ। ਜਿੱਥੇ ਵੀ ਪ੍ਰੇਮੀ ਬੈਠਾ ਹੋਵੇ, ਮੈਂ ਉਹਦੀਆਂ ਰੁੱਖੀਆਂ ਕੋਧਰੇ ਦੀਆਂ ਰੋਟੀਆਂ ਖਾਣ ਪਹੁੰਚ ਜਾਂਦਾ ਹਾਂ। ਲਾਜ ਨਾ ਆਏ ਅਕਰਨ ਕਰਾਤ ਹੈ। ਉਸ ਵੇਲੇ ਮੈਨੂੰ ਕੋਈ ਲਾਜ ਨਹੀਂ ਆਉਂਦੀ ਦੁਨੀਆ ਕੀ ਕਹੇਗੀ। ਦੁਨੀਆ ਕੀ ਕਹੇਗੀ? ਜਦੋਂ ਗੁਰੂ ਨਾਨਕ ਸਾਹਿਬ ਲਾਲੋ ਦੇ ਘਰ ਗਏ ਨਾ, ਉਦੋਂ ਲੋਕਾਂ ਨੇ ਬੜਾ ਆਖਿਆ, ਖੱਤਰੀ ਹੋ ਕੇ ਤਖਾਣਾ ਦੇ ਘਰ, ਸ਼ੂਦਰ ਦੇ ਘਰ ਬੈਠਾ, ਇਹ ਹੈ ਖੱਤਰੀਆਂ ਦਾ ਮੁੰਡਾ, ਬੇਦੀਆਂ ਦਾ ਕੁਰਾਈਆ ਹੈ। ਗੁਰੂ ਸਾਹਿਬ ਦਾ ਨਾਮ ਉਦੋਂ ਪਿਆ ਸੀ ਨਾਨਕ ਕੁਰਾਈਆ। ਪਰ ਪਾਤਸ਼ਾਹ ਨੇ ਦੁਨੀਆ ਤੋਂ ਕੀ ਲੈਣਾ ਸੀ? ਉਹ ਤਾਂ ਲਾਲੋ ਦੇ ਅੰਦਰ ਰੱਬ ਨੂੰ ਵੇਖ ਰਹੇ ਸਨ, ਤੇ ਰੱਬ ਉਹਨਾਂ ਦੇ ਘਰ ਬੈਠਾ ਸੀ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਭਾਈ ਲਾਲੋ ਦੀ ਪ੍ਰੀਤੀ। ਹਾਂਜੀ, ਤਰਾ ਪ੍ਰੀਤ ਕੇ ਬਸ ਸਤ ਭਾਏ। ਮਹਾਰਾਜ ਕਹਿੰਦੇ ਪ੍ਰੇਮ ਦੇ ਵਸ ਰਹਿੰਦੇ ਹਾਂ ਅਸੀਂ ਕਿਸੇ ਦੀ ਜਾਤ ਨਹੀਂ ਵੇਖਦੇ, ਕਿਸੇ ਦਾ ਅਹੁਦਾ ਨਹੀਂ ਵੇਖਦੇ, ਕਿਸੇ ਦੇ ਧਨ ਪਦਾਰਥ ਨੂੰ ਨਹੀਂ ਦੇਖਦੇ। ਰੁੱਖੀ ਮਿੱਸੀ ਰੋਟੀ ਜਿੱਥੇ ਮਿਲ ਜਾਵੇ ਪ੍ਰੇਮ ਦੀ, ਉਹ ਖਾ ਲੈਂਦੇ ਆ।
ਇਹੀ ਸਨਾਤਨ ਧਰਮ ਸੁਭਾਇਕ ਇਹ ਮੇਰਾ ਪੁਰਾਤਨ ਧਰਮ ਹੈ, ਜੁਗਾਂ ਜੁਗਾਂਤਰਾਂ ਤੋਂ ਮੈਂ ਇਦਾਂ ਹੀ ਕਰਦਾ ਹਾਂ। ਸਗਲ ਜੁਗਨ ਮਹਿ ਕਰਤੋ ਆਏ ਸਾਰੇ ਯੁੱਗਾਂ 'ਚ ਕਰਦੇ ਆਏ ਆ ਤੇ ਇਸ ਯੁੱਗ ਵਿੱਚ ਵੀ ਕਰ ਰਹੇ ਆ। ਤ੍ਰੇਤੇ ਜੁਗ ਮਹਿ ਤਿਸ ਕੋ ਆਸ਼ਰਮ ਤ੍ਰੇਤੇ ਯੁੱਗ ਵਿੱਚ ਅਸੀਂ ਭੀਲਣੀ ਦੇ ਆਸ਼ਰਮ 'ਚ ਗਏ ਸੀ ਪਹੁੰਚਿਓ ਬਦਰੀ ਫਲ ਕੋ ਖਾਨ ਤੇ ਬੇਰੀਆਂ ਦੇ ਫਲ, ਝੂਠੇ ਬੇਰ ਸੀਗੇ ਭੀਲਣੀ ਦੇ, ਉਹ ਆਪ ਪਹਿਲਾਂ ਖਾਂਦੀ ਸੀ, ਚੱਖਦੀ ਸੀ ਵੀ ਮਿੱਠੇ ਨੇ ਖੱਟੇ ਨੇ, ਉਹ ਵੇਖ ਵੇਖ ਕੇ ਦਿੰਦੀ ਸੀ, ਉਹਨੂੰ ਇਹ ਨਹੀਂ ਸੀ ਪਤਾ ਵੀ ਇਹ ਝੂਠੇ ਸੁੱਚੇ, ਉਹ ਪ੍ਰੇਮ ਦੇ ਵਿੱਚ ਕਰੀ ਗਈ ਤੇ ਭਗਵਾਨ ਝੂਠੇ ਬੇਰ ਖਾਈ ਗਏ ਸਨ। ਹਾਂਜੀ, ਜਾਤ ਭੀਲਣੀ ਪੁਨ ਤ੍ਰਿਆ ਕੋ ਤਨ ਫਿਰ ਇੱਕ ਉਹ ਭੀਲਣੀ ਸੀ, ਇਸਤਰੀ ਦਾ ਜਾਮਾ ਸੀ। ਮਹਾ ਸਵਾਦ ਤੇ ਮੈਂ ਸੁਖ ਠਾਨ ਭਗਵਾਨ ਜੀ ਨੇ, ਕ੍ਰਿਸ਼ਨ ਰਾਮਚੰਦਰ ਜੀ ਨੇ ਉਸ ਵੇਲੇ ਬੜੇ ਸਵਾਦ ਨਾਲ ਉਹ ਬੇਰ ਖਾਦੇ ਸਨ। ਪ੍ਰੇਮੀ ਕੈਮਰ ਜਦ ਨਹੀਂ ਕੋ ਮਹਾਰਾਜ ਕਹਿੰਦੇ ਸਿੱਖੋ, ਪ੍ਰੇਮੀ ਦੇ ਕੋਲ ਮਰਜ਼ਾਦਾ ਨਹੀਂ ਹੁੰਦੀ, ਜਿੱਥੇ ਪ੍ਰੇਮ ਹੁੰਦਾ ਉਥੇ ਨੇਮ ਨਹੀਂ ਹੁੰਦਾ। ਹਾਂਜੀ, ਕਰਨ ਅਕਰਣੋ ਨਹਿ ਪਹਿਚਾਨ ਉਥੇ ਇਹ ਨਹੀਂ ਦੇਖਿਆ ਜਾਂਦਾ ਵੀ ਇਹ ਕਰਨਾ ਕਿ ਨਹੀਂ ਕਰਨਾ, ਜਿਹੜਾ ਨਹੀਂ ਵੀ ਕਰਨਾ ਉਹ ਵੀ ਪ੍ਰੇਮ 'ਚ ਹੋ ਜਾਂਦਾ ਹੈ। ਹਾਂਜੀ, ਵੇਦ ਰੀਤ ਅਰ ਲੋਕ ਤਜ ਕੈ ਉਸ ਵੇਲੇ ਵੇਦਾਂ ਦੀ ਰੀਤ ਵੀ ਛੱਡੀ ਜਾਂਦੀ ਹੈ, ਲੋਕਾਂ ਦੀ ਵੀ ਛੱਡ। ਦੋ ਰੀਤਾਂ ਨੇ ਸੰਸਾਰ, ਇੱਕ ਵੈਦਿਕ ਇੱਕ ਲੌਕਿਕ। ਜਿਹੜੀ ਧਰਮ ਗ੍ਰੰਥਾਂ 'ਚ ਲਿਖੀ ਉਹਨੂੰ ਵੈਦਿਕ ਕਹਿੰਦੇ ਆ, ਜਿਹੜੀ ਤੁਹਾਡੇ ਸਾਡੇ ਸਮਾਜ ਚੱਲਦੀ ਉਹਨੂੰ ਲੋਕ ਕਹਿੰਦੇ ਆ। ਦੋਵੇਂ ਤਰ੍ਹਾਂ ਦੀ ਰੀਤ ਛੱਡ ਕੇ ਭਗਵਾਨ ਆਪਣੇ ਪ੍ਰੇਮੀਆਂ ਨਾਲ ਪ੍ਰੇਮ ਨਿਭਾ ਦਿੰਦਾ ਹੈ। ਹਾਂਜੀ, ਵਰਤਹ ਮੈਂ ਅਰ ਪ੍ਰੇਮੀ ਜਾਨੀ ਮੈਂ ਆਪਣੇ ਪ੍ਰੇਮੀ ਦਾ ਪ੍ਰੇਮ ਜਾਣ ਕੇ ਉਹਦੇ ਨਾਲ ਵਰਤਦਾ ਹਾਂ। ਪ੍ਰੀਤ ਪ੍ਰਤੀਤ ਮੋਹਿ ਕੋ ਪਿਆਰੀ ਮੈਨੂੰ ਭਰੋਸਾ ਤੇ ਵਿਸ਼ਵਾਸ ਤੇ ਪ੍ਰੇਮ ਪਿਆਰਾ ਹੈ। ਕਿਰਿਆ ਪ੍ਰੇਮ ਕੀ ਨਿਆਰੀ ਸਾਰ ਪ੍ਰੇਮ ਦੀ ਕਿਰਿਆ ਸੰਸਾਰ ਤੋਂ ਵੱਖਰੀ ਹੈ। ਪ੍ਰੇਮ ਸਵਾਦ ਤੇ ਪ੍ਰੀਤਮ ਤ੍ਰਿਪਤਾ ਆਹ, ਪ੍ਰੇਮ ਦੇ ਸਵਾਦ ਨਾਲ ਪ੍ਰੀਤਮ ਰੱਜਦਾ, ਹੋਰ ਕਿਸੇ ਸਵਾਦ ਨਾਲ ਨਹੀਂ ਰੱਜਦਾ। ਅਪਰ ਸਵਾਦ ਸਭ ਦੇਤ ਨਿਵਾਰ ਹੋਰ ਸਾਰੇ ਸਵਾਦ ਛੱਡ ਦਿੰਦਾ ਹੈ। ਧੰਨਾ ਜਾਟ ਸ਼ਾਸ ਤਨ ਪਿਆਈ ਧੰਨੇ ਜੱਟ ਨੇ ਲੱਸੀ ਪਿਆਈ ਸੀ 3 ਦਿਨ ਦੀ ਖੱਟੀ ਭਗਵਾਨ ਨੂੰ। ਕਹਿੰਦੇ ਤੀਜੇ ਦਿਨ ਜਦੋਂ ਪ੍ਰਗਟ ਹੋਇਆ ਨਾ, ਕਹਿੰਦਾ ਲਿਆ ਤੇਰੀ ਖਾ ਲੈਣੇ ਰੋਟੀ। ਜਦੋਂ ਰੋਟੀ ਸੀ ਉਹ ਤਾਂ ਸੁੱਕੀ 3 ਦਿਨ ਦੀ ਸੀ, ਤੇ ਜਿਹੜਾ ਲੱਸੀ ਸੀ ਉਹ ਖੱਟੀ 3 ਦਿਨ ਦੀ ਸੀਗੀ। ਉਹ ਤਾਂ ਤੇਜ਼ਾਬ ਵਰਗੀ ਬਣੀ ਪਈ। ਜਦੋਂ ਘੁੱਟ ਭਰਿਆ ਭਗਵਾਨ ਨੇ ਕਹਿੰਦਾ ਬੜੀ ਖੱਟੀ ਲੱਸੀ। ਕਹਿੰਦਾ ਮੇਰਾ ਕੀ ਕਸੂਰ ਹੈ, ਤੂੰ ਹੀ 3 ਦਿਨ ਬਾਅਦ ਆਇਆ, ਪਰਸੋਂ ਆਇਆ, ਮੈਂ ਤਾਂ ਤਾਜ਼ੀ ਬਣਾਈ ਸੀ, ਕੱਲ ਨੂੰ ਟਾਈਮ ਨਾਲ ਆ ਜੀ, ਤੈਨੂੰ ਤਾਜ਼ੀ ਪਿਆਉਂਗਾ। ਤੋ ਇਹ ਭਗਵਾਨ ਦੀ ਖੇਡਾਂ ਤੇ ਭਗਤਾਂ ਦੀਆਂ ਖੇਡਾਂ ਨੇ, ਸੰਸਾਰੀ ਲੋਕਾਂ ਨੂੰ ਨਹੀਂ ਪਤਾ ਲੱਗਦਾ। ਹਾਂਜੀ, ਨਾਮ ਦੇਵ ਕੋ ਦੂਧ ਸੁਧਾਰ ਤੇ ਨਾਮਦੇਵ ਦਾ ਦੁੱਧ ਪੀਤਾ ਸੀ ਭਗਵਾਨ ਨੇ। ਦੁਰਜੋਧਨ ਆਦਿਕ ਹੰਕਾਰੀ ਦੁਰਜੋਧਨ ਵਰਗੇ ਹੰਕਾਰੀਆਂ ਨੂੰ ਛੱਡ ਕੇ ਤਿਆਗ ਸਬਨ ਕੇ ਬਿਦਰ ਅਗਾਰ ਬਿਦਰ ਦੇ ਘਰ ਗਏ ਸਨ। ਪ੍ਰੇਮ ਕਹਾਣੀ ਗੁਰੂ ਬਖਾਨੀ ਮਹਾਰਾਜ ਨੇ ਸਿੰਘਾਂ ਨੂੰ ਆਖਿਆ, ਭਾਈ ਇਹ ਪ੍ਰੇਮ ਦੀ ਕਹਾਣੀ ਹੈ। ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਜੀ ਨੇ ਪ੍ਰੇਮੀ ਸਿੱਖਾਂ ਦੇ ਪ੍ਰੇਮ ਦਾ ਖਿਆਲ ਕੀਤਾ, ਕਦੀ ਕਿਸੇ ਦੀ ਜਾਤ ਪਾਤ ਨਹੀਂ ਦੇਖੀ। ਸਿੱਖਿਆਨ ਮਾਨੀ ਮਹਿਮਾ ਤਾਂ ਹੈ ਤੇ ਸਿੱਖਾਂ ਨੂੰ ਵੀ ਸਮਝ ਆ ਗਈ, ਸ਼ੰਕਾ ਮਿਟ ਗਿਆ। ਸੁਨ ਸਗਰੇ ਪਗ ਪੰਕਜ ਬੰਦ ਹੈ ਸਾਰਿਆਂ ਨੇ ਚਰਨਾਂ ਤੇ ਮੱਥਾ ਟੇਕਿਆ। ਤੁਮਰੇ ਚਲਤ ਲਖੇ ਨਹ ਹੇ ਜਾਹੇ ਸੱਚੇ ਪਾਤਸ਼ਾਹ, ਤੁਹਾਡੇ ਕੌਤਕ ਕੋਈ ਨਹੀਂ ਜਾਣ ਸਕਦਾ। ਖੇਲ ਆਪਕੇ ਅਚਰਜ ਦੀ ਆਪ ਜੀ ਦੇ ਅਚਰਜ ਕੌਤਕ ਹਨ ਸਤਿਗੁਰੂ ਜੀ। ਦੇਖਤ ਸੁਨਤ ਸਕਲ ਬਿਸਮਾਹ ਦੇਖ ਸੁਣ ਕੇ ਸਾਰੇ ਬਿਸਮਾਦ ਹੋ ਜਾਂਦੇ ਹਨ। ਸ਼੍ਰੀ ਨਾਨਕ ਤਜ ਉਤਮ ਜਾਤਨ ਗੁਰੂ ਨਾਨਕ ਦੇਵ ਜੀ ਉੱਤਮ ਜਾਤਾਂ ਦੇ ਮਲਕ ਭਾਗੋ ਵਰਗਿਆਂ ਨੂੰ ਛੱਡ ਕੇ ਜਾਏ ਬਸੇਲਾ ਲੋ ਕਰਮਾ ਲਾਲੋ ਦੇ ਘਰ ਰਹੇ ਸਨ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਬਿਰਧ ਮਾਈ ਦਾ ਪ੍ਰਸ਼ਾਦਾ ਛਕਿਆ, ਸਿੱਖਾਂ ਦਾ ਸ਼ੰਕਾ ਮੇਟਿਆ। ਦੀਨ ਦਿਆਲ ਸਤਿਗੁਰੂ ਹਰਿਰਾਏ ਸਾਹਿਬ ਜੀ ਦੀ ਪਾਵਨ ਕਥਾ ਆਪ ਜੀ ਅੱਗੇ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ।